ਹੁਣ ਜਿਹੜਾ ਸਮਝੌਤਾ ਹੋਇਆ ਉਹ ਇੱਕ ਤਰ੍ਹਾਂ ਦਾ ਭਾਰਤ ਨੇ ਸਿਗਨਲ ਦਿੱਤਾ ਹੈ ਚੀਨ ਨੂੰ ਕਿ ਵੀ ਅਸੀਂ ਪੂਰੀ ਤਰ੍ਹਾਂ ਅਮਰੀਕੀ ਖੇਮੇ ਦੇ ਨਾਲ ਖੜੇ ਹਾਂ। ਜ਼ਰੂਰ ਇਹਦਾ ਇੱਕ ਤਰ੍ਹਾਂ ਭਾਰਤ ਨੇ ਜੇ ਉਹ ਸਿਗਨਲ ਦਿੱਤਾ ਤਾਂ ਡੈਫੀਨੇਟਲੀ ਉਹਦਾ ਅਸਰ ਪਿਆ ਹੋਊਗਾ। ਕਿਸੇ ਹੱਦ ਤੱਕ ਚੀਨ ਨੂੰ ਕਲੈਰਿਟੀ ਹੋ ਗਈ ਹੈ ਕਿ ਅਸੀਂ ਕਿਸ ਮੁਹਾਜ ਤੇ ਖੜੇ ਹਾਂ। ਫਿਰ ਚੀਨ ਇਸ ਤਰੀਕੇ ਨਾਲ ਆਪਣੀ ਆਕੜ ਦਿਖਾਉਂਦਾ ਕਿ ਅਸੀਂ ਜੇ ਰਿਐਕਟ ਕਰਾਂਗੇ ਤਾਂ ਉਲਟਾ ਸ਼ਾਇਦ ਹੋ ਸਕਦਾ ਸਾਡੇ ਤੇ ਰਿਐਕਸ਼ਨ ਨਾ ਕਰਨ ਫੌਜੀ। ਜਿਹੜੀ ਜੰਗ ਹੁਣ ਅਮਰੀਕਾ ਕੰਟੇਨ ਕਰਨਾ ਚਾਹੁੰਦਾ ਚਾਈਨਾ ਨੂੰ ਤੇ ਚਾਈਨਾ ਉਸ ਕੰਟੇਨਮੈਂਟ ਚੋਂ ਨਿਕਲਣਾ ਚਾਹੁੰਦਾ, ਇਹ ਉਸ ਕੰਟੇਨਮੈਂਟ ਦਾ ਇੱਕ ਤਰ੍ਹਾਂ ਦੇ ਬਾਰਡਰ ਡਿਫਾਈਨ ਹੋ ਗਏ। ਆਪਾਂ ਕੋਲਡ ਵਾਰ ਵਾਲੀ ਸਥਿਤੀ ਦੇ ਵਿੱਚ ਆ ਗਏ ਹਾਂ ਤੇ ਭਾਰਤ ਉਸ ਕੋਲਡ ਵਾਰ ਦੀ ਜਿਹਨੂੰ ਕਹਿ ਦੋ ਉਸ ਵੋਰਟੈਕਸ ਦੇ ਵਿੱਚ ਜਾਂ ਉਸ ਘੁੰਮਣ ਘੇਰੀ ਦੇ ਵਿੱਚ ਆ ਗਿਆ, ਨੌਨ ਅਲਾਈਨ ਨਹੀਂ ਰਹਿ ਗਏ ਆਪਾਂ। ਜਦੋਂ ਇਸ ਤਰੀਕੇ ਦਾ ਅਟੈਕ ਹੁੰਦਾ ਫਿਰ ਤਾਂ ਲੱਗਦਾ ਕਿ ਪਾਕਿਸਤਾਨ ਹਮੇਸ਼ਾ ਚੀਨ ਦੀ ਜਿਹੜੀ ਪਿੱਠ ਹੈ ਉਹ ਹਮੇਸ਼ਾ ਥਾਪਦਾ ਰਹੇਗਾ। ਇਹ ਪਾਕਿਸਤਾਨ ਦੀ ਜਿਹੜੀ ਹਲੇ ਤੱਕ ਸਟ੍ਰੈਟਜੀ ਉਹ ਮਲਟੀ ਅਲਾਈਨਡ ਦੀ ਆ, ਉਹ ਹਰੇਕ ਪਾਸੇ ਗੇਮ ਖੇਡ ਰਿਹਾ, ਪਰ ਕਿਸੇ ਨਾ ਕਿਸੇ ਪਾਸੇ ਜਿਵੇਂ ਹਾਲਾਤ ਬਣ ਰਹੇ ਉਹਨੂੰ ਇੱਕ ਪਾਸੇ ਤੇ ਇੱਕ ਪਾਸੇ ਜਾਣਾ। ਫਿਰ ਕੱਲ ਨੂੰ ਕੀ ਚੀਨ ਉੱਥੇ ਵਰਤ ਸਕਦਾ ਪਾਕਿਸਤਾਨ ਦੀ ਜਗ੍ਹਾ ਨੂੰ? ਜਿਹੜਾ ਉਹਦਾ ਸੀ ਪੈਕ ਵਾਲਾ ਰੂਟ ਆ ਉਹਦੇ ਵਿੱਚ ਚੀਨੀ ਹੀ ਇੰਡਸਟਰੀ ਲੱਗ ਰਹੀ ਹੈ। ਚੀਨੀ ਇੱਥੋਂ ਤੱਕ ਕਿ ਪਾਕਿਸਤਾਨੀ ਵਰਕਰ ਵੀ ਨਹੀਂ ਲਾਇਆ ਜਾਂਦਾ, ਵਰਕਰ ਵੀ ਚਾਈਨੀਜ਼ ਲਾਇਆ ਜਾਂਦਾ। ਭਾਰਤ ਕੋਈ ਸਰਜੀਕਲ ਸਟ੍ਰਾਈਕ ਜਾਂ ਕੋਈ ਮਿਜ਼ਾਈਲ ਅਟੈਕ ਕਰਦਾ ਤੇ ਬਾਈ ਚਾਂਸ ਉਹ ਚਾਈਨੀਜ਼ ਇੰਟਰਸਟ ਨੂੰ ਹਿੱਟ ਕਰ ਜਾਂਦੀਆਂ ਉੱਥੇ, ਉਹਨਾਂ ਦੇ ਕਿਸੇ ਬਿਲਡਿੰਗ ਨੂੰ ਜਾਂ ਉਹਨਾਂ ਦੇ ਕਿਸੇ ਅਦਾਰੇ ਨੂੰ ਜਾਂ ਉਹਨਾਂ ਦੇ ਬੰਦੇ ਮਰ ਜਾਂਦੇ ਉਹਦੇ ਵਿੱਚ, ਚਾਹੇ ਉਹ ਗਲਤੀ ਨਾਲ ਹੀ ਮਰ ਜਾਣ। ਉਹਦੇ ਨਾਲ ਕੀ ਹੈ ਕਿ ਇਮੀਡੀਏਟ ਪ੍ਰੈਸ਼ਰ ਤੁਹਾਡੇ ਤੇ ਚਾਈਨਾ ਦਾ ਆ ਚੁੱਕਾ। ਫਿਰ ਤੁਹਾਨੂੰ ਲੱਗਦਾ ਕਿ ਵਾਕਈ ਹੀ ਦੋਸਤ ਹੈਗਾ ਅਮਰੀਕਾ ਭਾਰਤ ਦਾ, ਜੇ ਅਸੀਂ ਵਰਤ ਰਿਹਾ ਇਹਨੂੰ ਚੀਨ ਦੀ ਲੜਾਈ ਦੇ ਖਿਲਾਫ, ਤਾਂ ਤੁਹਾਨੂੰ ਕਿਤੇ ਨਾ ਕਿਤੇ ਕਹਿ ਸਕਦੇ ਹੋ ਕਿ ਵੀ ਤੁਹਾਡੇ ਕੋਲੇ ਆਪ ਦੀ ਸਮਰੱਥਾ ਹੈ ਨਹੀਂ ਸੀ ਉਹਦੀ ਟੱਕਰ ਲੈਣ ਦੀ, ਤਾਂ ਤੁਸੀਂ ਸਹਾਰਾ ਲਿਆ। ਸਹਾਰੇ ਇਹ ਕਹਿ ਲਓ ਇਹ ਦੋਸਤੀ ਰਹਿ ਜੂਗੀ ਜਾਂ ਨਹੀਂ। ਜਦੋਂ ਤੁਸੀਂ ਸਹਾਰਾ ਲੈਂਦੇ ਹੋ ਆਪਦੀ ਸੁਰੱਖਿਆ ਵਾਸਤੇ ਕਿਸੇ ਦਾ, ਤਾਂ ਤੁਹਾਨੂੰ ਕੋਈ ਨਾ ਕੋਈ ਕੰਪਰੋਮਾਈਜ਼ਸ ਵੀ ਕਰੋਗੇ। ਹੁਣ ਵਾਪਸ ਜਾਣ ਲਈ ਤੁਸੀਂ ਕੀ ਕਾਰਨ ਮੰਨਦੇ ਹੋ ਕਿ ਅਮਰੀਕਾ ਦੇ ਵੱਲ ਭਾਰਤ ਨੇ ਇਸ਼ਾਰਾ ਕੀਤਾ ਨਾਲ ਸੰਧੀ ਹੋ ਗਈ ਹੈ ਤਾਂ ਕਰਕੇ, ਕਿ ਚੀਨ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਭਾਰਤ ਨੂੰ ਪੂਰੀ ਤਰ੍ਹਾਂ ਅਮਰੀਕਾ ਦੇ ਨਾਲ ਹੈ ਤਾਂ ਵਾਪਸ ਗਿਆ? ਅਸੀਂ ਉਸ ਨੈਰੇਟਿਵ ਦੇ ਉੱਤੇ ਚਾਈਨਾ ਦਾ ਰਿਲੇਸ਼ਨਸ਼ਿਪ ਨੂੰ ਨਹੀਂ ਜੱਜ ਕਰ ਸਕਦੇ। ਇੱਥੇ ਤਾਂ ਇਹ ਹੁੰਦਾ ਕਿ ਵੀ ਉਹਨਾਂ ਦੇ 3 ਬੰਦੇ, ਉਹਨਾਂ ਨੇ ਆਪਣੇ 3 ਬੰਦੇ ਮਾਰਤੇ, ਅਸੀਂ 7 ਮਾਰਤੇ, ਆਪਾਂ ਇਮੀਡੀਏਟ ਰਿਐਕਸ਼ਨ ਮੰਗਦੇ ਹਾਂ ਮੈਕਡੋਨਲਡ ਦੇ 버ਗਰ ਨੂੰ। ਉਹ ਚੀਜ਼ ਨਹੀਂ ਹੋ ਚੱਲਦੀ। ਚਾਈਨਾ ਇੱਕ ਸਟ੍ਰੈਟੇਜਿਕ ਪਲੇਅਰ ਆ, ਉਹ ਬੜੇ ਡੋਮੇਨਸ ਤੇ ਲੜਾਈ ਲੜਦਾ, ਉਹ ਬੜੇ ਫਰੰਟਸ ਤੇ ਲੜਾਈ ਲੜਦਾ। ਹੁਣ ਅੱਗੇ ਜਾ ਕੇ ਫਿਰ ਚਾਈਨਾ ਦੇ ਉੱਤੇ ਜਾ ਕੇ ਮਾਹੌਲ ਤਣਾਅਪੂਰਨ ਹੋ ਸਕਦਾ ਬਾਰਡਰ ਤੇ? ਹਾਂਜੀ, ਚੀਨ ਦਾ ਮਾਹੌਲ ਤਣਾਅਪੂਰਨ ਵੀ ਹੋ ਸਕਦਾ ਹੈ। ਚੀਨ ਇੱਕ ਉਹਨਾਂ ਦੇ ਇੱਕ ਅਕਸ਼ਰ ਹੈਗਾ, ਉਹਨੂੰ ਅਸੀਂ ਇਸਲਾਮੀ ਸਲਾਈਸਿੰਗ ਕਹਿੰਦੇ, ਵੀ ਚੀਨ ਥੋੜਾ ਥੋੜਾ ਖਾਂਦਾ ਹੈ, ਤਾਂ ਉਹ ਵੀ ਕਰ ਸਕਦਾ ਚੀਨ। ਪਰ ਉਸ ਤੋਂ ਵੀ ਵੱਡੀ ਗੱਲ ਹੈ ਕਿ ਸਾਨੂੰ ਇਹ ਸਮਝਣਾ ਪਊਗਾ ਕਿ ਦੋਨਾਂ ਦੀ ਵਾਰਫੇਅਰ ਦੀ ਟੈਕਨੀਕ ਕੀ ਹੈ ਉਹਨਾਂ ਦੀ। ਸੰਨ 1962 ਤੋਂ ਲੈ ਕੇ 2020 ਤੱਕ ਜਿਸ ਤਰੀਕੇ ਨਾਲ ਚੀਨ ਤੇ ਭਾਰਤ ਆਪਸ ਵਿੱਚ ਬਾਰਡਰ ਉੱਤੇ ਜਾ ਕੇ ਟਕਰਾਉਂਦੇ ਨੇ ਤਾਂ ਕਿਤੇ ਨਾ ਕਿਤੇ ਮਾਹੌਲ ਜਿਹੜਾ ਫੌਜੀਆਂ ਦੇ ਵਿੱਚ ਉਹ ਤਣਾਅਪੂਰਨ ਹੋ ਜਾਂਦਾ ਹੈ। ਪਿਛਲੇ ਦਿਨ 'ਚ ਕਾਫੀ ਚਰਚਾ ਚੱਲਦੀ ਆ ਰਹੀ ਹੈ ਕਿ ਚੀਨ ਤੇ ਭਾਰਤ ਦੇ ਜਿਹੜੇ ਸਰਹੱਦੀ ਉੱਥੇ ਖੇਤਰ ਹੈਗੇ ਨੇ ਉਹਨਾਂ ਵਿੱਚ ਮਾਹੌਲ ਤਣਾਅਪੂਰਨ ਚੱਲ ਰਿਹਾ, ਤਾਂ ਅਲੱਗ-ਅਲੱਗ ਤਰੀਕੇ ਦੇ ਬਿਆਨ ਆਉਂਦੇ ਨੇ। ਆਪਾਂ ਅੱਜ ਗੱਲਬਾਤ ਕਰਾਂਗੇ ਆਸਟ੍ਰੇਲੀਆ ਦੇ ਸਮਝੌਤੇ ਬਾਰੇ ਵੀ। ਉਹ 4 ਦੇਸ਼ਾਂ ਦੀ ਆਪਾਂ ਗੱਲ ਕਰਾਂਗੇ, ਭਾਰਤ, ਚੀਨ, ਅਮਰੀਕਾ ਤੇ ਪਾਕਿਸਤਾਨ। ਇਹਨਾਂ ਦੇ 4 ਦੇ ਸੰਬੰਧ ਕਿੱਦਾਂ ਨੇ, ਕਿ ਜਦੋਂ ਵੀ ਬਾਰਡਰ ਉੱਤੇ ਤਣਾਅ ਪੈਦਾ ਹੁੰਦਾ ਅਮਰੀਕਾ ਦਾ ਕੀ ਰਿਐਕਸ਼ਨ ਹੁੰਦਾ ਤੇ ਪਾਕਿਸਤਾਨ ਦਾ ਕੀ ਰਿਐਕਸ਼ਨ ਹੁੰਦਾ, ਆਪਾਂ ਇਸ ਗੱਲ ਨੂੰ ਵੀ ਸਮਝਾਂਗੇ। ਜਿਸ ਤਰੀਕੇ ਨਾਲ ਹੁਣ ਖਬਰਾਂ ਆ ਰਹੀਆਂ ਨੇ ਕਿ ਚੀਨ ਜਿਹੜਾ ਹੈਗਾ ਸੀ ਭਾਰਤ ਦੇ ਸਰਹੱਦੀ ਖੇਤਰ ਵਾਲੇ ਪਾਸੇ ਵਧਿਆ ਸੀ, ਪਰ ਉਸ ਤੋਂ ਬਾਅਦ ਭਾਰਤ ਨੇ ਵੀ ਇੱਥੇ ਕੜਾ ਜਵਾਬ ਦਿੱਤਾ ਤੇ ਹੁਣ ਚੀਨ ਜਿਹੜਾ ਹੈਗਾ ਕਾਫੀ ਹੱਦ ਤੱਕ ਬਾਰਡਰ ਲਾਈਨ ਤੋਂ ਪਿੱਛੇ ਚਲਾ ਗਿਆ। ਇਹ ਹੋਇਆ ਕਿਉਂ ਇਸ ਤਰੀਕੇ ਨਾਲ, ਜਾਂ ਕਹਿ ਦਈਏ ਕਿ ਚੀਨ ਸਮੇਂ-ਸਮੇਂ ਤੇ ਆ ਕੇ ਭਾਰਤ ਨੂੰ ਚੈਲੰਜ ਕਿਉਂ ਕਰਦਾ ਬਾਰਡਰ ਤੇ ਆ ਕੇ? ਉਹ ਦੂਸਰੀ ਸਭ ਤੋਂ ਵੱਡੀ ਗੱਲ ਇਹ ਕਿ ਭਾਰਤ ਦੀ ਜਿਹੜੀ ਸੜਕਾਂ ਹੈਗੀਆਂ ਨੇ ਉੱਥੇ ਜਾ ਕੇ ਨਿਰਮਾਣ ਕਿਉਂ ਨਹੀਂ ਹੋ ਪਾ ਰਿਹਾ, ਇਨਫਰਾਸਟ੍ਰਕਚਰ ਜੀ। ਜਦੋਂ ਆਪਾਂ ਗੱਲਬਾਤ ਕਰਨੇ ਕਾਫੀ ਲੰਬੇ ਸਮੇਂ ਤੋਂ ਗੱਲ ਚੱਲਦੀ ਆ ਰਹੀ ਹੈ, ਭਾਰਤ ਉੱਥੇ ਕਰ ਕਿਉਂ ਨਹੀਂ ਪਾ ਰਿਹਾ? ਔਰ ਚੀਨ ਦੀ ਜੇ ਗੱਲ ਕਰੀਏ, ਚੀਨ ਆਪਣੇ ਵਾਲੇ ਪਾਸੇ ਜਿਸ ਤਰੀਕੇ ਨਾਲ ਇਨਫਰਾਸਟ੍ਰਕਚਰ ਉਹਨੇ ਖੜਾ ਕੀਤਾ ਜਾਂ ਸੜਕਾਂ ਦਾ ਜਾਲ ਬੁਣਿਆ, ਤੇ ਜਦੋਂ ਭਾਰਤ ਕਰਦਾ ਤਾਂ ਚੀਨ ਨੂੰ ਸਮੱਸਿਆ ਕੀ ਆਉਂਦੀ ਹੈ? ਔਰ ਆਪਾਂ ਇੱਥੇ ਦੇਖਾਂਗੇ ਅਮਰੀਕਾ ਤੇ ਪਾਕਿਸਤਾਨ ਦਾ ਵੀ ਸਟੈਂਡ ਕੀ ਹੈ, ਕਿ ਉਹ ਸਟੈਂਡ ਨੂੰ ਸਪਸ਼ਟ ਕਰ ਪਾਏ ਨੇ। ਆਪਾਂ ਸਾਰੇ ਇੱਥੇ ਚਰਚਾ ਕਰਾਂਗੇ। ਸਾਡੇ ਨਾਲ ਅਜੇਪਾਲ ਸਿੰਘ ਨੇ ਕਿ ਇਸ ਤਰੀਕੇ ਦਾ ਤਣਾਅਪੂਰਕ ਮਾਹੌਲ ਪੈਦਾ ਕਿਉਂ ਹੋ ਰਿਹਾ ਸਰਹੱਦੀ ਖੇਤਰ ਤੇ ਚੀਨ ਤੇ ਭਾਰਤ ਵਾਲੇ ਪਾਸੋਂ। ਤਾਂ ਅਜੇਪਾਲ ਕੋਲ ਆਪਾਂ ਗੱਲਬਾਤ ਕਰਾਂਗੇ ਕਿ ਸਾਰਾ ਮਾਹੌਲ ਕਿੱਦਾਂ ਕ੍ਰੀਏਟ ਕੀਤਾ ਜਾ ਰਿਹਾ। ਅਜੇ ਜੀ, ਪਹਿਲਾਂ ਮੇਰਾ ਸਵਾਲ ਇਹ ਹੈ ਕਿ ਜਿਸ ਤਰੀਕੇ ਨਾਲ ਮਾਹੌਲ ਜਿਹੜਾ ਹੁਣ ਬਣਿਆ ਹੋਇਆ ਚੀਨ ਤੇ ਭਾਰਤ ਦੀ ਆਪਾਂ ਗੱਲਬਾਤ ਕਰ ਲਈਏ। ਚੀਨ ਆਪਾਂ ਪਹਿਲਾਂ ਵੀ ਦੇਖਦੇ ਆਏ ਹਾਂ, ਹੁਣ ਜੋ ਇੱਥੇ ਰਾਜਨੀਤਾ ਦੇ ਬਿਆਨ ਵੀ ਆਉਂਦੇ ਨੇ ਕਿ 62 ਵਾਲਾ ਜਿਹੜਾ ਭਾਰਤ ਹੈ ਭਾਰਤ ਨਹੀਂ ਰਹਿ ਗਿਆ, ਹੁਣ ਨਵਾਂ ਹੈਗਾ 2020 ਦੇ ਵਿੱਚ ਹੈਗੇ ਆ, ਹੁਣ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਪਹਿਲਾਂ ਮੇਰਾ ਸਵਾਲ ਹੈ ਕਿ ਚੀਨ
ਆਉਂਦੇ ਸਮੇਂ ਦੇ ਵਿੱਚ ਬਾਰ-ਬਾਰ ਭਾਰਤ ਦੀ ਜਿਹੜੀ ਸਰਹੱਦੀ ਖੇਤਰ ਵੱਲ ਕਿਉਂ ਆਉਂਦਾ ਹੈ? ਇਹ ਐਂ ਹੈ ਜੀ ਕਿ ਜਿਹੜਾ ਹੋਣ ਵਾਲਾ ਉਹਦੀ ਮੂਵਮੈਂਟ ਆ ਉਹ ਤੇ ਪੁਰਾਣੀ ਦੇ ਵਿੱਚ ਥੋੜ੍ਹਾ ਜਿਹਾ ਆਪਾਂ ਨੂੰ ਪਿੱਛੇ ਜਾ ਕੇ ਦੇਖਣਾ ਪਏਗਾ ਕਿ ਕਿਉਂ ਦੋਨਾਂ 'ਚ ਕੀ ਫਰਕ ਆ। ਵੈਸੇ ਜਿਹੜੀ ਚੀਨ ਦੇ ਨਾਲ ਆਪਣੀ ਸਰਹੱਦ ਆ ਇਹ ਕੁਛ ਇਹਦੇ 3 ਹਿੱਸੇ ਹੈਗੇ ਆ। ਇੱਕ ਤਾਂ ਇਹਦਾ ਪੱਛਮੀ ਹਿੱਸਾ ਹੈ, ਇੱਕ ਕੇਂਦਰੀ ਹਿੱਸਾ ਹੈ ਤੇ ਇੱਕ ਲਾ ਲਓ ਵੀ ਇਹਦਾ ਪੂਰਬੀ ਹਿੱਸਾ ਹੈ। ਜਿਹੜਾ ਪੂਰਬੀ ਹਿੱਸਾ ਉਹਨੂੰ ਮੈਕਮੋਹਨ ਲਾਈਨ ਕਹਿੰਦੇ ਆ। ਜਿਹੜਾ ਸੈਂਟਰਲ ਹਿੱਸਾ ਹੈ ਉਹ ਜ਼ਿਆਦਾ ਨੇਪਾਲ ਦਾ ਨਾਲ ਹੀ ਸਰਹੱਦ ਆ ਭਾਰਤ ਦੀ, ਅਤੇ ਜਿਹੜਾ ਪੱਛਮੀ ਹਿੱਸਾ ਹੈ ਉਹਨੂੰ ਉੱਥੇ ਲਾਈਨ ਆਫ ਐਕਚੁਅਲ ਕੰਟਰੋਲ ਹੈਗੀ ਆ। ਇਹ ਸਾਰੀਆਂ ਸਰਹੱਦਾਂ ਦੇ ਵਿੱਚ ਜਿਹੜੀ ਪਰਸੈਪਸ਼ਨ ਆ, ਭਾਰਤ ਦੀ ਪਰਸੈਪਸ਼ਨ ਹੋਰ ਆ ਕਿ ਲਾਈਨ ਕਿੱਥੇ ਆ, ਅਤੇ ਚੀਨ ਦੀ ਪਰਸੈਪਸ਼ਨ ਹੋਰ ਆ। ਉਹ ਪਰਸੈਪਸ਼ਨ ਕਰਕੇ ਹੀ ਬਹੁਤ ਵਾਰੀ ਤਣਾਅ ਬਣ ਜਾਂਦਾ ਹੈਗਾ, ਜਿਹਦੇ ਵਿੱਚ ਜੇ ਇਹ 1993 ਦੇ ਵਿੱਚ ਇੱਕ ਸਮਝੌਤਾ ਹੋਇਆ ਸੀ, ਉਹਦੇ ਵਿੱਚ ਤਣਾਅ ਨੂੰ ਘਟਾਉਣ ਵਾਸਤੇ ਇਹ ਕਹਿਤਾ ਸੀਗਾ ਕਿ ਆਪਾਂ ਲਾਈਨ ਆਫ ਐਕਚੁਅਲ ਕੰਟਰੋਲ ਨੂੰ ਮੰਨਾਂਗੇ। ਲਾਈਨ ਆਫ ਐਕਚੁਅਲ ਕੰਟਰੋਲ ਦਾ ਮਤਲਬ ਹੈਗਾ ਕਿ ਕਿੱਥੇ ਅਸੀਂ ਖੜੇ ਹਾਂ ਅੱਜ। ਤਾਂ ਉਹਦੇ ਵਿੱਚ ਕੋਈ ਸਪੈਸੀਫਿਕ ਲਾਈਨ ਨਹੀਂ ਗੀ। ਜਿਵੇਂ ਪੰਜਾਬ ਦਾ ਬਾਰਡਰ ਜਦੋਂ ਡਿਫਾਈਨ ਹੋਇਆ ਪਾਕਿਸਤਾਨ ਨਾਲ, ਤਾਂ ਉਹਨੂੰ ਰੈੱਡ ਕਲਿਫ ਲਾਈਨ ਹੈ, ਉਹ ਪਤਾ ਹੈ ਵੀ ਆਹ ਪਿੰਡ ਇੱਥੇ ਆ, ਖਸਰਾ ਨੰਬਰ ਪਾਕਿਸਤਾਨ 'ਚ ਆ ਕਿ ਹਿੰਦੁਸਤਾਨ 'ਚ। ਉਹ ਬਾਅਦ 'ਚ ਜੇ ਥੋੜ੍ਹੇ ਬਹੁਤ ਕੋਈ ਪ੍ਰੋਬਲਮ ਵੀ ਸੀ ਤਾਂ ਉਹ ਡਿਫਾਈਨ ਕਰ ਲਈ ਗਈ। ਉਵੇਂ ਚਾਈਨਾ ਨਾਲ ਹਲੇ ਹੋਈ ਨਹੀਂ, ਇਸ ਕਰਕੇ ਤਣਾਅ ਬਣ ਜਾਂਦਾ। ਪਰ ਐਤਕੀ ਵਾਰ ਜਿਹੜੀ ਸਿਚੁਏਸ਼ਨ ਬਣੀ ਆ ਉਹ ਥੋੜ੍ਹੀ ਜਿਹੀ ਗੰਭੀਰ ਆ ਪਿਛਲੀ ਵਾਰ ਨਾਲੋਂ। ਐਤਕੀ ਵਾਰ ਚੀਨ ਨੇ ਉਹ ਇਲਾਕੇ ਦੇ ਵਿੱਚ ਇੰਟਰੂਜਨ ਕਰਤੀ ਆ, ਜਿਹੜੇ ਦੇ ਵਿੱਚ ਇਨਗ੍ਰੈਸ਼ਨ ਕਰਤੀ ਆ, ਜਿਹਦੇ ਦੇ ਵਿੱਚ ਕਦੀ ਉਹਨਾਂ ਦਾ ਭਾਰਤ ਨਾਲ ਡਿਸਪਿਊਟ ਨਹੀਂ ਰਿਹਾ। ਤਾਂ ਉਹਦੇ ਕਈ ਕਾਰਨ ਹੈਗੇ ਆ, ਕਈ ਰੀਜ਼ਨਸ ਹੈਗੇ ਆ ਜਿਹਦੇ ਕਰਕੇ ਹੋ ਰਿਹਾ। ਹੁਣ ਆਸਟ੍ਰੇਲੀਆ ਨਾਲ ਭਾਰਤ ਦੇ ਜਿਸ ਤਰੀਕੇ ਨਾਲ ਉਹਨਾਂ ਨੇ ਐਗਰੀਮੈਂਟ ਕੀਤਾ, ਉਹ ਐਗਰੀਮੈਂਟ ਕੀ ਹੈ? ਔਰ ਜਿਸ ਤਰੀਕੇ ਨਾਲ ਚੀਨ ਭਾਰਤ ਵੱਲ ਵੱਧ ਰਿਹਾ ਸੀ, ਔਰ ਉਸ ਤੋਂ ਬਾਅਦ ਫਿਰ ਭਾਰਤ ਨੇ ਵੀ ਕਿਹਾ ਕਿ ਜੇ ਚੀਨ ਇਸ ਤਰੀਕੇ ਨਾਲ ਆਪਣੀ ਉਲੰਘਣਾ ਨਾ ਕਰੇ ਤਾਂ ਪਹਿਲਾਂ ਮੇਰਾ ਸਵਾਲ ਹੈ ਕਿ ਆਸਟ੍ਰੇਲੀਆ ਦਾ ਜਿਹੜਾ ਐਗਰੀਮੈਂਟ ਹੈਗਾ ਜਦੋਂ ਹੋਇਆ ਸੀ, ਉਸ ਤੋਂ ਬਾਅਦ ਕਿਤੇ ਨਾ ਕਿਤੇ ਲੱਗਦਾ ਕਿ ਚੀਨ ਵਿੱਚ ਵੀ ਸਥਿਤੀ ਜਿਹੜੀ ਹੈਗੀ ਆ ਉਹ ਇਸ ਚੀਜ਼ ਨੂੰ ਭਾਪ ਲਿਆ ਉਹਨਾਂ ਨੇ ਕਿ ਆਸਟ੍ਰੇਲੀਆ ਨਾਲ ਜੇ ਭਾਰਤ ਨੇ ਸਮਝੌਤਾ ਕੀਤਾ ਤੇ ਕੁਛ ਨਾ ਕੁਛ ਸਾਡੇ ਵਾਸਤੇ ਉਹਨਾਂ ਜਿਹੜੀਆਂ ਤਾਂ ਹੈਗੀਆਂ, ਜਿਹੜਾ ਕਰੜੀ ਸਾਡੀ ਪ੍ਰੀਖਿਆ ਹੋਏਗੀ। ਆਏ ਜੀ, ਜਿਹੜਾ ਆਸਟ੍ਰੇਲੀਆ ਨਾਲ ਸਮਝੌਤਾ ਉਹਦੀ ਬੈਕਗਰਾਊਂਡ ਇਹ ਹੈਗੀ ਹੈ ਕਿ ਪਹਿਲਾਂ ਇੱਕ ਸਮਝੌਤਾ ਹੋਇਆ ਹੋਇਆ, ਇੱਕ ਗਰੁੱਪ ਬਣਿਆ ਹੋਇਆ ਹੈ, ਉਹਨੂੰ ਕੁਆਡਸ ਕਹਿੰਦੇ ਗਿਆ। ਕੁਆਡਸ ਦੇ ਵਿੱਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਭਾਰਤ ਹੈਗੇ ਆ। ਹੁਣ ਜਿਹੜਾ ਸਮਝੌਤਾ ਹੋਇਆ ਉਹ ਇੱਕ ਤਰ੍ਹਾਂ ਦਾ ਭਾਰਤ ਨੇ ਸਿਗਨਲ ਦਿੱਤਾ ਹੈ ਚੀਨ ਨੂੰ ਕਿ ਵੀ ਅਸੀਂ ਪੂਰੀ ਤਰ੍ਹਾਂ ਅਮਰੀਕੀ ਖੇਮੇ ਦੇ ਨਾਲ ਖੜੇ ਹਾਂ। ਉਹਦੇ ਵਿੱਚ ਚਾਈਨਾ ਆਸਟ੍ਰੇਲੀਆ ਦਾ ਜਿਹੜਾ ਸਮਝੌਤਾ ਉਹ ਬੇਸਿਕਲੀ ਇਹ ਹੈ ਕਿ ਵੀ ਦੋਨੇ ਜਿਹੜੀਆਂ ਦੇਸ਼ ਹੈਗੇ ਆ ਉਹ ਇੱਕ ਦੂਜੇ ਨਾਲ ਆਪਦੀਆਂ ਬੇਸਿਸ ਨੂੰ, ਉਹਦੀ ਮਿਲਟਰੀ ਬੇਸਿਸ ਨੂੰ ਯੂਜ਼ ਕਰ ਸਕਦੇ ਆ। ਇਸੇ ਤਰੀਕੇ ਦਾ ਸਮਝੌਤਾ ਪਹਿਲਾਂ 2015 ਦੇ ਵਿੱਚ ਭਾਰਤ ਨੇ ਅਮਰੀਕਾ ਨਾਲ ਵੀ ਕੀਤਾ ਹੈ। ਉਹਨਾਂ ਨੂੰ ਅਮਰੀਕਾ ਦੀਆਂ ਫਾਊਂਡੇਸ਼ਨਲ ਸੰਧੀਆਂ ਕਹਿੰਦੇ, ਉਹ 3 ਸੰਧੀਆਂ ਹੈਗੀਆਂ। ਇੱਕ ਦੇ ਵਿੱਚ ਅਸੀਂ ਆਪਦੀਆਂ ਬੇਸਿਸ ਵਰਤ ਸਕਦੇ ਹਾਂ, ਦੂਸਰਾ ਅਸੀਂ ਇੱਕ ਦੂਜੇ ਨਾਲ ਕਮਿਊਨੀਕੇਸ਼ਨ ਚੈਨਲ ਡਿਵੈਲਪ ਕਰਾਂਗੇ, ਤੀਸਰਾ ਅਸੀਂ ਇੰਟੈਲੀਜੈਂਸ ਸ਼ੇਅਰ ਕਰਾਂਗੇ। ਭਾਰਤ ਨੇ ਪਹਿਲੇ 2 ਸੰਧੀਆਂ ਸਾਈਨ ਕਰ ਲਈਆਂ, ਤੀਸਰੀ ਹਲੇ ਪ੍ਰੋਸੈਸ 'ਚ ਹੈਗੀ ਆ ਕੁਛ ਮਾਈਨਰ ਮੋਡੀਫਿਕੇਸ਼ਨ ਤੋਂ ਬਾਅਦ। ਤਾਂ ਉਹਦੇ ਬਾਅਦ ਇਹ ਹੈ ਕਿ ਭਾਰਤ ਪੂਰੀ ਤਰ੍ਹਾਂ ਹੁਣ ਅਮਰੀਕੀ ਖੇਮੇ 'ਚ ਹੈ। ਇਸੇ ਦੀ ਚੀਨ ਨੂੰ ਵੱਡੀ ਦਿੱਕਤ ਇਹੀ ਸੀਗੀ, ਇੱਕ ਉਹਦੀ ਸਮਝ ਲਓ ਟੈਕਟੀਕਲ ਪ੍ਰੋਬਲਮ ਸੀ ਕਿ ਵੀ ਤੁਸੀਂ ਸੜਕਾਂ ਕਿਉਂ ਬਣਾ ਰਹੇ ਹੋ, ਦੂਸਰਾ ਉਹਨੂੰ ਆਏ ਸੀਗਾ ਕਿ ਵੀ ਤੁਸੀਂ ਅਮਰੀਕੀ ਖੇਮੇ 'ਚ ਕਿਉਂ ਜਾ ਰਹੇ ਹੋ। ਤਾਂ ਇਹ ਇੱਕ ਤਰ੍ਹਾਂ ਇਹਦਾ ਇੱਕ ਤਰ੍ਹਾਂ ਭਾਰਤ ਨੇ ਜੇ ਉਹ ਸਿਗਨਲ ਦਿੱਤਾ ਤਾਂ ਡੈਫੀਨੇਟਲੀ ਉਹਦਾ ਅਸਰ ਪਿਆ ਹੋਊਗਾ। ਕਿਸੇ ਹੱਦ ਤੱਕ ਚੀਨ ਨੂੰ ਹੁਣ ਕਲੈਰਿਟੀ ਹੋ ਗਈ ਹੈ ਕਿ ਅਸੀਂ ਕਿਸ ਮੁਹਾਜ 'ਤੇ ਖੜੇ ਹਾਂ। ਹੁਣ ਜਦੋਂ ਵੀ ਚੀਨ ਭਾਰਤ ਵਾਲੇ ਪਾਸੇ ਵੱਧਦਾ, ਜਦੋਂ ਚੀਨ ਵੱਧਦਾ ਤਾਂ ਬਾਕੀ ਭਾਰਤ ਨਾਲ ਅਮਰੀਕਾ ਖੜ ਜਾਂਦਾ, ਕਿਉਂਕਿ ਆਪਾਂ ਨੂੰ ਪਤਾ ਕਿ ਚੀਨ ਦੀ ਤੇ ਅਮਰੀਕਾ ਦੀ ਆਪਸ 'ਚ ਬੰਦੀ ਨਹੀਂ, ਜਿਸ ਤਰੀਕੇ ਨਾਲ ਦੋਨੋਂ ਦੇਸ਼ ਲੱਗੇ ਹੋਏ ਨੇ ਕਿ ਅਸੀਂ ਸ਼ਕਤੀਸ਼ਾਲੀ ਹੈਗੇ ਹਾਂ। ਜਦੋਂ ਚੀਨ ਭਾਰਤ ਵੱਲ ਵੱਧਦਾ ਤਾਂ ਫਿਰ ਇਹ ਚੀਨ ਨੂੰ ਇਸ ਚੀਜ਼ ਦਾ ਪਤਾ ਕਿ ਜੇ ਅਸੀਂ ਭਾਰਤ ਵਾਲੇ ਪਾਸੇ ਜਾਵਾਂਗੇ ਕਿ ਬੈਕ ਬਾਉਂਸ ਨਹੀਂ ਕਰਨਗੇ ਸਾਡੇ ਵਾਲੇ ਪਾਸੇ, ਜਾਂ ਫੌਜੀ ਜਿਹੜੇ ਹੈਗੇ ਨੇ ਉਹਨਾਂ ਦੇ ਹੱਥ ਬੰਨੇ ਹੋਏ ਨੇ, ਕਿਉਂਕਿ ਆਪਾਂ ਪਹਿਲਾਂ ਵੀ 62 ਦੀ ਜਿਹੜੀ ਲੜਾਈ ਉਹ ਹਾਰ ਚੁੱਕੇ ਹਾਂ। ਫਿਰ ਚੀਨ ਇਸ ਤਰੀਕੇ ਨਾਲ ਆਪਣੀ ਆਕੜ ਦਿਖਾਉਂਦਾ ਕਿ ਅਸੀਂ ਜੇ ਰਿਐਕਟ ਕਰਾਂਗੇ ਤਾਂ ਉਲਟਾ ਸ਼ਾਇਦ ਹੋ ਸਕਦਾ ਸਾਡੇ 'ਤੇ ਰਿਐਕਸ਼ਨ ਨਾ ਕਰਨ ਫੌਜੀ ਇੰਡੀਆ ਵਾਲੇ। ਇਹਨੂੰ ਨਾ ਜੀ 2-3 ਕੰਟੈਕਸਟ 'ਚ ਵੇਖਣਾ ਪਊਗਾ। ਪਹਿਲੀ ਗੱਲ ਤਾਂ ਜੇ ਉਹ ਅੰਦਰ ਵਧੇ ਆ ਤਾਂ ਉਹਨਾਂ ਨੇ ਇੱਕ ਤਰ੍ਹਾਂ ਭਾਰਤ ਨੇ ਪਿੱਛੇ ਜੇ ਉਹਨਾਂ ਦੀਆਂ ਇੰਡਸਟਰੀਜ਼ ਬਾਰੇ ਕਿਹਾ ਸੀਗਾ ਵੀ ਸਾਡੇ ਇੱਥੇ ਆ ਕੇ ਲੱਗ ਜਾਓ। ਫਿਰ ਉਹਨਾਂ ਨੂੰ ਕਰੋਨਾ ਵਾਇਰਸ ਦੇ ਵਿੱਚ ਇਨਵੈਸਟੀਗੇਸ਼ਨਸ ਦੇ ਵਿੱਚ ਵੀ ਉਹਨਾਂ ਨੂੰ ਕਹਿੰਦਾ ਆਪਣਾ ਅਮਰੀਕਾ ਦਾ ਸਾਥ ਦਿੱਤਾ ਸੀ। ਤਾਂ ਕਿਤੇ ਨਾ ਕਿਤੇ ਚੀਨ ਇਹ ਕਲੀਅਰ ਕਰਨਾ ਚਾਹੁੰਦਾ ਸੀਗਾ, ਉਹਨਾਂ ਨੂੰ ਭਾਰਤ ਨੂੰ ਦੱਸਣਾ ਚਾਹੁੰਦਾ ਸੀਗਾ ਕਿ ਵੀ ਤੁਸੀਂ ਸਾਡੇ ਨਾਲ ਜਿਹੜਾ ਵੁਹਾਨ ਸਮਝੌਤਾ ਕੀਤਾ ਹੈ ਉਹਦੇ ਵਿੱਚ ਇਹ ਕਿਹਾ ਹੈ ਕਿ ਵੀ ਅਸੀਂ ਤੁਹਾਡੇ ਰਾਈਵਲਸ ਨਹੀਂ ਬਣਾਂਗੇ ਜਾਂ ਅਸੀਂ ਤੁਹਾਡੇ ਐਡਵਰਸਰੀ ਨਹੀਂ ਬਣਾਂਗੇ, ਤਾਂ ਉਹ ਗੱਲ ਸਾਨੂੰ ਕਲੀਅਰ ਕਰੋ। ਅਤੇ ਉਹਨੇ ਇੱਕ ਤਰ੍ਹਾਂ ਮਿਲਟਰੀ ਕੋਅਰਸ਼ਨ ਯੂਜ਼ ਕੀਤੀ ਆ। ਦੂਸਰਾ ਉਹਨੇ ਆਪਦੀ ਤਾਕਤ ਦਾ ਮੁਜ਼ਾਹਰਾ ਕੀਤਾ ਉੱਥੇ ਕਿ ਵੀ ਅਸੀਂ ਕਿਸੇ ਟਾਈਮ ਵੀ, ਹੁਣ ਜਿਵੇਂ ਜਦੋਂ ਵੇਖੋ ਇਹ ਸਮਝੌਤਾ ਹੁਣ ਪਿੱਛੇ ਡੀਐਸਕੇਲੇਸ਼ਨ ਦੀ ਗੱਲ ਚੱਲੀ ਤਾਂ ਉਸੇ ਦਿਨ ਉਹਨਾਂ ਨੇ ਇੱਕ ਵੀਡੀਓ ਵੀ ਰਿਲੀਜ਼ ਕੀਤੀ ਕਿ ਅਸੀਂ ਕਿੰਨੀ ਜਲਦੀ ਬਾਰਡਰ 'ਤੇ ਆ ਸਕਦੇ ਹਾਂ। ਉਹ ਬੇਸਿਕਲੀ ਦੱਸਣ ਵਾਸਤੇ ਸੀਗਾ ਕਿ ਵੀ ਅਸੀਂ
ਤੁਹਾਡੇ ਤੇ ਪ੍ਰੈਸ਼ਰ ਪਾ ਸਕਦੇ ਆ ਜਦੋਂ ਵੀ ਲੋੜ ਆ। ਤੇ ਸਟ੍ਰੈਟਜੀਕਲੀ ਉਹ ਕਾਮਯਾਬ ਵੀ ਹੋਏ ਆ ਕਿ ਉਹਦੀ ਮਰਜ਼ੀ ਨਾਲ ਅੰਦਰ ਆਏ। ਜਿੰਨਾ ਕੁ ਥਿਨਿੰਗ ਪਿਛਾਂ ਹਟੇ ਆ ਜਾਂ ਨਾ ਹੀ ਹਟੇ, ਇਹਦੀ ਤਾਂ ਗੱਲ ਚੱਲਦੀ ਪਈ ਆ। ਜਿੰਨੀ ਕੁ ਥਿਨਿੰਗ ਕਰਨਾ ਚਾਹੁੰਦੇ ਸੀ ਉਹ ਕੀਤੀ। ਅੰਦਰ ਆਉਣਾ ਉਨਾ ਇੰਪੋਰਟੈਂਟ ਨਹੀਂ ਜਿੰਨਾ ਇੰਪੋਰਟੈਂਟ ਹੈ ਕਿ ਉਹਨਾਂ ਨੇ ਪਿੱਛੇ ਕਿੰਨੀ ਆਪਦੀ ਬੇਸ ਬਣਾ ਲਈ ਹੈਗੀ ਆ। ਤੇ ਉਹਦਾ ਸਿੱਖ ਭਾਰਤ ਨੇ ਵੀ ਅੱਗੋਂ ਇਹ ਜਵਾਬ ਦਿੱਤਾ ਕਿ ਅਸੀਂ ਜਿਵੇਂ ਆਸਟ੍ਰੇਲੀਆ ਵਾਲਾ ਸਮਝੌਤਾ ਉਸੇ ਟਾਈਮ ਕਰਕੇ ਕਿ ਅਸੀਂ ਹੁਣ ਇਹ ਸਮਝ ਲਓ ਕਿ ਇਹ ਕੋਲਡ ਵਾਰ ਦੇ ਬਾਰਡਰਸ ਬਣ ਗਏ ਆ, ਜਿਹੜੀ ਜੰਗ ਹੁਣ ਅਮਰੀਕਾ ਕੰਟੇਨ ਕਰਨਾ ਚਾਹੁੰਦਾ ਚਾਈਨਾ ਨੂੰ, ਤੇ ਚਾਈਨਾ ਉਸ ਕੰਟੇਨਮੈਂਟ 'ਚੋਂ ਨਿਕਲਣਾ ਚਾਹੁੰਦਾ। ਇਹ ਉਸ ਕੰਟੇਨਮੈਂਟ ਦਾ ਇੱਕ ਤਰ੍ਹਾਂ ਦੇ ਬਾਰਡਰ ਡਿਫਾਈਨ ਹੋ ਗਏ। ਆਪਾਂ ਕੋਲਡ ਵਾਰ ਵਾਲੀ ਸਥਿਤੀ ਦੇ ਵਿੱਚ ਆ ਗਏ ਹਾਂ ਅਤੇ ਭਾਰਤ ਉਸ ਕੋਲਡ ਵਾਰ ਦੀ ਜਿਹਨੂੰ ਕਹਿ ਦਿਓ ਉਸ ਵੋਰਟੈਕਸ ਦੇ ਵਿੱਚ ਜਾਂ ਉਸ ਘੁੰਮਣ ਘੇਰੀ ਦੇ ਵਿੱਚ ਆ ਗਿਆ, ਨੌਨ ਅਲਾਈਨਡ ਨਹੀਂ ਰਹਿ ਗਏ ਆਪਾਂ। ਅਤੇ ਉਹ ਉਸ ਦੇ ਵਿੱਚ ਆ ਗਿਆ ਅਤੇ ਪੂਰੀ ਤਰ੍ਹਾਂ ਹੁਣ ਇਹ ਕਹਿ ਸਕਦੇ ਹਾਂ ਅਸੀਂ ਅਮਰੀਕੀ ਖੇਮੇ 'ਚ ਆ ਗਏ ਹਾਂ। ਹੁਣ ਇਹ ਕੀ ਸ਼ਕਲ ਲੈਂਦਾ ਹੈ, ਕੀ ਇਹ ਲੜਾਈ ਤੱਕ ਜਾਂਦਾ ਹੈ ਕਿ ਇਹ ਸਿਰਫ ਇਸ ਤਰੀਕੇ ਦੀ ਸਕਰਮਿਸ਼ਿਜ਼ ਹੀ ਹੁੰਦੀਆਂ ਰਹਿਣੀਆਂ, ਇਹ ਆਉਣ ਵਾਲਾ ਸਮਾਂ ਹੀ ਦੱਸ ਸਕਦਾ। ਜਿਸ ਤਰੀਕੇ ਤੁਸੀਂ ਹੁਣ ਅਮਰੀਕਾ ਦੀ ਗੱਲ ਕੀਤੀ ਹੈ, ਅਮਰੀਕਾ ਹੁਣ ਹਮੇਸ਼ਾ ਹੀ ਭਾਰਤ ਦੀ ਸਪੋਰਟ ਕਰਦਾ ਆ ਰਿਹਾ ਕਿਸੇ ਵੀ ਚੀਜ਼ ਉੱਤੇ ਆਪਾਂ ਲੈ ਲਈਏ, ਅਤੇ ਪਾਕਿਸਤਾਨ ਚੀਨ ਨਾਲ ਖੜਦਾ ਨਜ਼ਰ ਆਉਂਦਾ ਕਈ ਗੱਲਾਂ ਦੇ ਉੱਤੇ। ਜਦੋਂ ਇਸ ਤਰੀਕੇ ਦਾ ਅਟੈਕ ਹੁੰਦਾ ਹੈ ਫਿਰ ਤੁਹਾਨੂੰ ਲੱਗਦਾ ਕਿ ਪਾਕਿਸਤਾਨ ਹਮੇਸ਼ਾ ਚੀਨ ਦੀ ਜਿਹੜੀ ਪਿੱਠ ਹੈ ਉਹ ਹਮੇਸ਼ਾ ਥਾਪਦਾ ਰਹੇਗਾ? ਦੇਖੋ ਜੀ, ਪਾਕਿਸਤਾਨ ਜਿਹੜਾ ਹੈਗਾ ਉਹ ਇਸ ਟਾਈਮ ਨਾ ਜੋਗ੍ਰਾਫਿਕਲੀ ਪਾਈਵਟ ਮੁਲਕ ਕਹਿੰਦੇ ਹੋ, ਜੋਗ੍ਰਾਫਿਕਲੀ ਪਾਈਵਟ ਕੰਟਰੀ ਦੇ ਤੌਰ 'ਤੇ ਐਮਰਜ ਹੋ ਗਿਆ। ਅਤੇ ਜੋਗ੍ਰਾਫਿਕਲੀ ਪਾਈਵਟ ਕੀ ਹੈ ਕਿ ਉਹਦੀ ਇਸ ਟਾਈਮ ਚੀਨ ਨੂੰ ਵੀ ਜ਼ਰੂਰਤ ਹੈ, ਕਿਉਂਕਿ ਚੀਨ ਦੀ ਜਿਹੜਾ ਮਲੱਕਾ ਦੇ ਵਿੱਚੋਂ ਉਹਦੇ ਤੇਲ ਆਉਣ ਦੀ ਪ੍ਰੋਬਲਮ ਆ, ਜਾਂ ਉਹਦੀਆਂ ਟਰੇਡ ਹੁੰਦਾ ਜਿਹੜਾ ਸਿੰਗਾਪੁਰ ਅਤੇ ਉੱਥੇ ਇੱਕ ਦੇ ਨੇੜੇ ਇੱਕ ਮਲੱਕਾ ਜਗ੍ਹਾ ਹੈਗੀ, ਉਹਦੇ ਵਿੱਚੋਂ ਬਹੁਤ 2.5 ਮੀਲ ਚੌੜੀ ਜਗ੍ਹਾ ਹੈਗੀ ਜਿੱਥੋਂ ਨਿਕਲਦਾ ਉਹਨਾਂ ਦੀਆਂ ਸ਼ਿਪਸ ਨਿਕਲਦੀਆਂ। ਤਾਂ ਉਸ ਦੇ ਬਦਲੇ ਉਹ ਇੱਕ ਹੋਰ ਰਸਤਾ ਕੱਢਣਾ ਚਾਹੁੰਦਾ ਸੀਗਾ, ਅਤੇ ਇਸ ਕਰਕੇ ਪਾਕਿਸਤਾਨ ਉਹਨੂੰ ਬਹੁਤ ਜ਼ਰੂਰੀ ਆ। ਸੀ ਪੈਕ ਦੇ ਜ਼ਰੀਏ ਉਹਨੇ ਇੱਕ ਸੜਕ ਦੇ ਜ਼ਰੀਏ ਉਹਨੇ ਗਵਾਦਰ ਤੱਕ ਟੱਚ ਵੀ ਕੀਤਾ। ਦੂਸਰਾ, ਇਸੇ ਤਰੀਕੇ ਦੀ ਜ਼ਰੂਰਤ ਹੀ ਇਸ ਟਾਈਮ ਪਾਕਿਸਤਾਨ ਰਸ਼ੀਆ ਨੂੰ ਵੀ ਕਰ ਰਿਹਾ ਕਿ ਰਸ਼ੀਆ ਨੂੰ ਵੀ ਇੱਕ ਰਾਹ ਅਸੀਂ ਦੇ ਸਕੀਏ। ਰਸ਼ੀਆ ਦੀ ਬਹੁਤ ਪੁਰਾਣੀ ਜਿਹਨੂੰ ਗ੍ਰੇਟ ਗੇਮ ਕਹਿੰਦੇ, ਉਹਨਾਂ ਦੀ ਸਟ੍ਰੈਟਜੀ ਸੀ ਕਿ ਅਸੀਂ ਕਿਸੇ ਨਾ ਤਰੀਕੇ ਨਾਲ ਇੰਡੀਅਨ ਓਸ਼ੀਅਨ ਦੇ ਵਿੱਚ ਆਪਦਾ ਇੱਕ ਪੋਰਟ ਬਣਾ ਸਕੀਏ। ਦੂਜੇ ਪਾਸੇ ਪਾਕਿਸਤਾਨ ਅਮਰੀਕਾ ਵਾਸਤੇ ਬਹੁਤ ਜ਼ਰੂਰੀ ਹੈ ਕਿ ਜੇ ਉਹਨੇ ਚੀਨ ਨੂੰ ਦੀ ਕੰਟੇਨਮੈਂਟ ਕਰਨੀ ਹੈ, ਕਿਉਂਕਿ ਇਸ ਕੋਲਡ ਵਾਰ ਨੂੰ ਸਮਝਣਾ ਪਊਗਾ ਇਹ ਉਹ ਕੋਲਡ ਵਾਰ ਨਹੀਂ ਜਿਹੜੀ ਰੂਸ ਦੇ ਅਤੇ ਆਪਣਾ ਅਮਰੀਕਾ ਦੇ ਵਿੱਚ ਹੋਈ ਸੀਗੀ। ਰੂਸ ਅਤੇ ਅਮਰੀਕਾ ਦੇ ਵਿੱਚ ਜਿਹੜੀ ਕੋਲਡ ਵਾਰ ਸੀ ਉਹ ਆਈਡੀਓਲੋਜੀਕਲ ਕੋਲਡ ਵਾਰ ਸੀ। ਤਾਂ ਇਹ ਹੈਗਾ ਅਤੇ ਇਹਨੂੰ ਸਮਝਣਾ ਪਊਗਾ। ਅਤੇ ਇਹ ਪਾਕਿਸਤਾਨ ਦੀ ਜਿਹੜੀ ਹਾਲੇ ਤੱਕ ਸਟ੍ਰੈਟਜੀ ਉਹ ਮਲਟੀ ਅਲਾਈਨਡ ਦੀ ਆ, ਉਹ ਹਰੇਕ ਪਾਸੇ ਗੇਮ ਖੇਡ ਰਿਹਾ, ਪਰ ਕਿਸੇ ਨਾ ਕਿਸੇ ਪਾਸੇ ਜਿਵੇਂ ਹਾਲਾਤ ਬਣ ਰਹੇ ਉਹਨੂੰ ਇੱਕ ਪਾਸੇ ਜਾਣਾ ਪਊ। ਜੇ ਕੱਲ੍ਹ ਨੂੰ ਹੁਣ ਦੇਖਿਆ ਸੀ ਬਾਰਡਰ ਮਾਹੌਲ ਤਣਾਅਪੂਰਕ ਹੋ ਗਿਆ ਸੀ, ਜੇ ਕੱਲ੍ਹ ਨੂੰ ਫਿਰ ਮਾਹੌਲ ਤਣਾਅਪੂਰਕ ਹੋ ਜਾਂਦਾ, ਜੇ ਗੱਲ ਹੋਰ ਅੱਗੇ ਵੱਧਦੀ ਹੈ ਫਿਰ ਲੱਗਦਾ ਕਿ ਚੀਨ ਜਿਹੜੀ ਹੈਗੀ ਹੈ ਪਾਕਿਸਤਾਨ ਦੀ ਜ਼ਮੀਨ ਨੂੰ ਕਿਤੇ ਨਾ ਕਿਤੇ ਵੱਧ ਸਕਦਾ। ਜਿਵੇਂ ਹੁਣ ਤੁਸੀਂ ਗੱਲ ਕੀਤੀ ਕਿ ਆਸਟ੍ਰੇਲੀਆ ਨਾਲ ਸਮਝੌਤਾ ਹੋਇਆ ਜੋ ਪਹਿਲਾਂ ਵੀ ਹੈਗਾ ਸੀ, ਹੁਣ ਬੇਸ ਜਿਹੜੀਆਂ ਹੈਗੀਆਂ ਨੇ ਫੌਜੀ ਉਹ ਸ਼ੇਅਰ ਕਰ ਸਕਦੀਆਂ ਨੇ, ਫਿਰ ਕੱਲ੍ਹ ਨੂੰ ਕੀ ਚੀਨ ਉੱਥੇ ਵੱਧ ਸਕਦਾ ਪਾਕਿਸਤਾਨ ਦੀ ਜਗ੍ਹਾ ਨੂੰ? ਦੇਖੋ ਜੀ, ਚੀਨ ਨੇ ਇੱਕ ਪਾਕਿਸਤਾਨ ਦੀ ਜਗ੍ਹਾ ਇਹ ਆਪਾਂ ਕਹੀਏ ਕਿ ਵਰਤ ਸਕਦਾ, ਯਾਨੀ ਉਹ ਤਕਰੀਬਨ ਉਹ ਵਰਤ ਰਿਹਾ ਹੈ। ਵੇਖੋ, ਜਿਹੜਾ ਉਹਦਾ ਸੀ ਪੈਕ ਵਾਲਾ ਰੂਟ ਆ ਉਹਦੇ ਵਿੱਚ ਚੀਨੀ ਹੀ ਇੰਡਸਟਰੀ ਲੱਗ ਰਹੀ ਹੈ। ਚੀਨੀ ਇੱਥੋਂ ਤੱਕ ਕਿ ਪਾਕਿਸਤਾਨੀ ਵਰਕਰ ਵੀ ਨਹੀਂ ਲਾਇਆ ਜਾਂਦਾ, ਵਰਕਰ ਵੀ ਚਾਈਨੀਜ਼ ਲਾਇਆ ਜਾਂਦਾ। ਉਹਦੀ ਇਕਨੋਮਿਕ ਆਪਾਂ ਫਾਲ ਆਊਟ ਤਾਂ ਤਕਰੀਬਨ ਸਾਰੇ ਸਮਝਦੇ ਆ ਕਿ ਉੱਥੋਂ ਰਸਤਾ ਹੋ ਜੂ, ਵਪਾਰ ਵਾਜੂ, ਉੱਥੋਂ ਇੰਡਸਟਰੀ ਆ ਜੂ, ਪਰ ਉਹਦਾ ਹਿੰਦੁਸਤਾਨ ਦੀ ਸਿਕਿਉਰਿਟੀ ਦੇ ਉੱਤੇ ਕੀ ਅਸਰ ਆ, ਆਪਾਂ ਉਹਦੀ ਗੱਲ ਕਰਦੇ ਹਾਂ। ਇੰਡੀਆ ਜਦੋਂ ਕੱਲ੍ਹ ਨੂੰ ਕੋਈ ਵੀ ਐਕਸ਼ਨ ਪਾਕਿਸਤਾਨ ਦੇ ਉੱਤੇ ਕਰਨਾ ਚਾਹੁੰਦਾ, ਕਿਉਂਕਿ ਪਾਕਿਸਤਾਨ ਭਾਰਤ ਦੇ ਉੱਤੇ ਇੱਕ ਏਸਿਮੈਟ੍ਰਿਕ ਵਾਰਫੇਅਰ ਚਲਾ ਰਿਹਾ ਹੈ, ਉਹ ਤਕਰੀਬਨ ਜਿਹਨੂੰ ਆਪਾਂ ਕਹਿੰਦੇ ਹਾਂ ਲੋ ਇੰਟੈਂਸਿਟੀ ਵਾਰਫੇਅਰ ਜਾਰੀ ਰੱਖਦਾ, ਆਪਦੇ ਬੰਦੇ ਭੇਜ ਕੇ ਉੱਧਰੋਂ ਇੱਧਰ, ਤਾਂ ਜਾਂ ਉੱਧਰੋਂ ਪ੍ਰੋਤਸਾਹਨ ਦਿੰਦਾ ਜਿਵੇਂ ਕਸ਼ਮੀਰ 'ਚ ਜਾਂ ਕਿਤੇ। ਤਾਂ ਜਿਹੜੀ ਉਹ ਚੀਜ਼ ਨੂੰ ਜੇ ਰੋਕਣ ਵਾਸਤੇ ਭਾਰਤ ਕੋਈ ਸਰਜੀਕਲ ਸਟਰਾਈਕ ਜਾਂ ਕੋਈ ਮਿਜ਼ਾਈਲ ਅਟੈਕ ਕਰਦਾ, ਅਤੇ ਬਾਈ ਚਾਂਸ ਉਹ ਚਾਈਨੀਜ਼ ਇੰਟਰਸਟ ਨੂੰ ਹਿੱਟ ਕਰ ਜਾਂਦੀਆਂ ਉੱਥੇ, ਉਹਨਾਂ ਦੇ ਕਿਸੇ ਬਿਲਡਿੰਗ ਨੂੰ ਜਾਂ ਉਹਨਾਂ ਦੇ ਕਿਸੇ ਅਦਾਰੇ ਨੂੰ, ਜਾਂ ਉਹਨਾਂ ਦੇ ਬੰਦੇ ਮਰ ਜਾਂਦੇ ਉਹਦੇ ਵਿੱਚ, ਚਾਹੇ ਉਹ ਗਲਤੀ ਨਾਲ ਹੀ ਮਰ ਜਾਣ, ਉਹਦੇ ਨਾਲ ਕੀ ਹੈ ਕਿ ਇਮੀਡੀਏਟ ਪ੍ਰੈਸ਼ਰ ਤੁਹਾਡੇ 'ਤੇ ਚਾਈਨਾ ਦਾ ਆ ਜਾਊਗਾ। ਤਾਂ ਇੱਕ ਤਰ੍ਹਾਂ ਜਿਹੜਾ ਸੀ ਪੈਕ ਹੈ, ਇਹਨੂੰ ਅਸੀਂ ਮਿਲਟਰੀ ਟਰਮਸ 'ਚ ਜੇ ਕਹੀਏ ਤਾਂ ਇਹ ਨੋਨ ਨਿਊਕਲੀਅਰ ਡੈਟਰੈਂਸ ਆ। ਉਹਦੇ ਕੋਲੇ ਨਿਊਕਲੀਅਰ ਡੈਟਰੈਂਸ ਤਾਂ ਉਹਨੇ ਪਹਿਲਾਂ ਕ੍ਰੀਏਟ ਕੀਤਾ ਸੀਗਾ ਕਿ ਨਿਊਕਲੀਅਰ ਹਥਿਆਰ ਸੀ ਕਿ ਵੀ ਬਰਾਬਰ ਨਹੀਂ ਲੜ ਸਕਦੇ, ਪਰ ਉਹਦੇ ਵਿੱਚ ਭਾਰਤ ਕਿਤੇ ਨਾ ਕਿਤੇ ਉਸ ਰੇਸ 'ਚ ਜੇ ਅੱਗੇ ਨਿਕਲਦਾ ਸੀ ਤਾਂ ਉਹਨੇ ਦੂਜਾ ਸਮਝ ਲਓ ਸੀ ਪੈਕ ਦੇ ਰਾਹੀਂ ਕ੍ਰੀਏਟ ਕੀਤਾ। ਅਤੇ ਇਹਦੇ 'ਚੋਂ ਬੇਸ ਹੋਵੇ ਜਾਂ ਨਾ ਹੋਵੇ ਇਸ ਟਾਈਮ ਉਨਾ ਕੁ ਤਾਂ ਐਡਵਾਂਟੇਜ ਪਾਕਿਸਤਾਨ ਨੂੰ ਹੋ ਹੀ ਗਿਆ। ਸੈਕਿੰਡ ਇਹ ਹੈ ਕਿ ਕੱਲ੍ਹ ਨੂੰ ਹਾਂ
ਜੇ ਕੱਲ੍ਹ ਨੂੰ ਇਹ ਗੱਲ ਵੱਧਦੀ ਆ ਤੇ ਉਹ ਹਥਿਆਰ ਵੀ ਦਿੰਦੇ ਆ, ਤੇ ਜਿਹੜੀ ਗੱਲ ਇਸ ਟਾਈਮ ਚੱਲ ਰਹੀ ਆ ਉਹ ਹੈਗੀ ਆ ਕਿ ਪਾਕਿਸਤਾਨ ਤੇ ਚੀਨ ਇੱਕ ਇੰਟਰਓਪਰੇਬਿਲਿਟੀ ਡਿਵੈਲਪ ਕਰਦਾ ਜਾ ਰਿਹਾ, ਜਿਹਦੇ ਵਿੱਚ ਹਥਿਆਰਾਂ ਨੂੰ ਐਕਚੁਅਲੀ ਆਏ ਆ ਕਿ ਇੱਕਦਮ ਨਹੀਂ ਬਦਲਿਆ ਜਾਂਦਾ ਹੁੰਦਾ, ਸਾਰਾ ਕੁਝ ਵਰਤਿਆ ਜਾ ਸਕਦਾ ਹੁੰਦਾ। ਆਰਮੀਜ਼ ਨੂੰ ਟਾਈਮ ਲੱਗਦਾ ਹੁੰਦਾ, ਮਿਲਟਰੀਜ਼ ਨੂੰ ਇੱਕ ਦੂਜੇ ਦੇ ਹਥਿਆਰ ਵਰਤਣ ਨੂੰ, ਉਹਦੇ ਸਪੇਅਰਸ ਵਰਤਣ ਨੂੰ, ਇੱਕ ਦੂਜੇ ਨਾਲ ਕੋਆਰਡੀਨੇਟ ਕਰਨ ਨੂੰ। ਪਾਕਿਸਤਾਨ ਤੇ ਚੀਨ ਉਸ ਰਸਤੇ ਤੁਰੇ ਵੇ ਹੈ, ਪਰ ਇਹ ਤਕਰੀਬਨ 5 ਤੋਂ 10 ਸਾਲ ਦਾ ਸਮਾਂ ਇਹਦੇ ਤੇ ਲੱਗ ਸਕਦਾ ਹੈ, ਤੇ ਹੋ ਸਕਦਾ ਇੰਨੇ ਕੁ ਸਮੇਂ ਦੇ ਵਿੱਚ ਉਹ ਇੱਕ ਦੂਜੇ ਨਾਲ ਜੁਆਇੰਟ ਐਕਸਰਸਾਈਜ਼ਸ ਜਾਂ ਜੁਆਇੰਟ ਐਕਸ਼ਨਸ ਕਰਨ ਦੇ ਕਾਬਲ ਵੀ ਹੋ ਜਾਣ। ਹੁਣ ਅਮਰੀਕਾ ਜਿਸ ਤਰੀਕੇ ਨਾਲ ਭਾਰਤ ਦੀ ਹੁਣ ਹੱਥ ਰੱਖਿਆ ਹੋਇਆ ਜਾਂ ਦੋਸਤੀ ਹੈਗੀ ਇਹਨਾਂ ਦੀ, ਫਿਰ ਤੁਹਾਨੂੰ ਲੱਗਦਾ ਅਮਰੀਕਾ ਆਪਾਂ ਨੂੰ ਵਰਤ ਰਿਹਾ ਕਿਤੇ, ਜਾਂ ਅਮਰੀਕਾ ਵਾਕਈ ਹੀ ਇੰਡੀਆ ਦੀ ਸਪੋਰਟ ਕਰਦਾ ਹੈ ਚੀਨ ਦੇ ਖਿਲਾਫ ਜਾ ਕੇ? ਕਿਉਂਕਿ ਆਪਾਂ ਦੇਖੇ ਸੀ ਸ਼ਕਤੀਸ਼ਾਲੀ ਦੇਸ਼ ਜਦੋਂ ਬਣਨ ਦੀ ਕੋਸ਼ਿਸ਼ ਕਰਦੇ ਨੇ ਅਮਰੀਕਾ ਜਾਂ ਚੀਨ ਦੇ ਵਿੱਚ ਆਪਸ ਵਿੱਚ ਤੂੰ ਮੈਂ ਵੀ ਹੁੰਦੀ ਹੈ। ਹੁਣ ਜਿਸ ਤਰੀਕੇ ਨਾਲ ਕਰੋਨਾ ਵਾਇਰਸ ਚੱਲਿਆ ਉਸ ਉੱਪਰ ਵੀ ਕਾਫੀ ਡੋਨਾਲਡ ਟਰੰਪ ਨੇ ਵੀ ਬਿਆਨ ਦਿੱਤੇ ਨੇ। ਫਿਰ ਤੁਹਾਨੂੰ ਲੱਗਦਾ ਕਿ ਵਾਕਈ ਹੀ ਦੋਸਤ ਹੈਗਾ ਅਮਰੀਕਾ ਭਾਰਤ ਦਾ, ਜਾਂ ਅਸੀਂ ਵਰਤ ਰਿਹਾ ਇਹਨੂੰ ਚੀਨ ਦੀ ਲੜਾਈ ਦੇ ਖਿਲਾਫ? ਦੇਖੋ ਜੀ, ਦੇਸ਼ਾਂ ਦੇ ਵਿੱਚ, ਕੌਮਾਂ ਦੇ ਵਿੱਚ ਦੋਸਤੀ ਨਾਂ ਦੀ ਤਾਂ ਕੋਈ ਚੀਜ਼ ਨਹੀਂ ਹੁੰਦੀ ਹੈ ਨਾ। ਇਹ ਮੁਫਾਦ ਹੁੰਦੇ ਆ, ਇੰਟਰਸਟਸ ਹੁੰਦੇ ਆ, ਮੌਕੇ ਦੇ ਇੰਟਰਸਟਸ ਹੁੰਦੇ ਆ ਕੁਛ, ਤੇ ਕੁਛ ਲੰਬੇ ਇੰਟਰਸਟਸ ਹੁੰਦੇ ਆ। ਇਸ ਟਾਈਮ ਅਮਰੀਕਾ ਦੇ ਇੰਟਰਸਟ 'ਚ ਭਾਰਤ ਉਹਦੇ ਵਾਸਤੇ ਜ਼ਰੂਰੀ ਜਗ੍ਹਾ ਹੈਗੀ ਆ, ਦੋ ਗੱਲਾਂ ਕਰਕੇ। ਇੱਕ ਤਾਂ ਮੰਡੀ ਬਹੁਤ ਵੱਡੀ ਆ, ਦੂਜਾ ਜੇ ਚੀਨ ਨੂੰ ਰੋਕਣਾ ਤਾਂ ਉਹਨੂੰ ਭਾਰਤ ਬਹੁਤ ਜ਼ਰੂਰੀ ਹੈ ਇਸ ਟਾਈਮ। ਤੇ ਭਾਰਤ ਨੂੰ ਕੀ ਜ਼ਰੂਰਤ ਆ, ਭਾਰਤ ਕੋਲੇ ਕੀ ਆਪਸ਼ਨ ਸੀਗੀਆਂ? ਭਾਰਤ ਕੋਲ ਇੱਕ ਆਪਸ਼ਨ ਸੀ ਕਿ ਅਸੀਂ ਨੌਨ ਅਲਾਈਨਡ ਰਹਿੰਦੇ, ਜਿਵੇਂ ਨਹਿਰੂ ਦੇ ਵੇਲੇ ਜਾਂ ਉਦੋਂ ਬਾਅਦ ਰੱਖਿਆ ਕਿ ਥੋੜ੍ਹਾ ਬਹੁਤ ਰੂਸ ਨਾਲ ਟਿਲਟਡ ਸੀ, ਪਰ ਬੇਸਿਕਲੀ ਨੌਨ ਅਲਾਈਨਡ ਸੀਗੇ। ਤੇ ਦੂਸਰੀ ਆਪਸ਼ਨ ਸੀਗੀ ਕਿ ਵੀ ਕਿਸੇ ਖੇਮੇ 'ਚ ਜਾਇਆ ਜਾਵੇ, ਤੇ ਖੇਮੇ 'ਚ ਹੁਣ ਇਹਨਾਂ ਦੋਨਾਂ ਆਪਸ਼ਨਸ ਦੇ ਵਿਚਾਲੇ ਇੱਕ ਚੁਣਨਾ ਸੀਗਾ ਭਾਰਤ ਨੇ। ਤੇ ਉਹਦੇ ਵਿੱਚ ਬਹੁਤ ਕੁਝ ਦੇਖਣਾ ਪੈਂਦਾ, ਉਹਦੇ 'ਚ ਇਹ ਵੇਖਣਾ ਪੈਂਦਾ ਕਿ ਕੀ ਅਸੀਂ ਨੌਨ ਅਲਾਈਨਡ ਰਹਿ ਕੇ ਸਾਡੇ ਕੋਲ ਉਨੀ ਕੁ ਹਥਿਆਰ ਹੈ, ਕਿ ਸਾਡਾ ਨਾਲ ਦਾ ਇੰਨਾ ਤਾਕਤਵਰ ਤਾਂ ਨਹੀਂ ਹੋ ਗਿਆ। ਹੁਣ ਚੀਨ ਦੀ ਜੇ ਅੱਜ GDP ਵੇਖੀ ਜਾਵੇ, ਉਹ ਭਾਰਤ ਦੀ GDP ਨਾਲੋਂ 5 ਗੁਣਾ ਹੀ ਆ ਤਕਰੀਬਨ। ਅਸੀਂ 3 ਟ੍ਰਿਲੀਅਨ ਤੇ 14 ਟ੍ਰਿਲੀਅਨ ਤੇ ਆ, ਹਥਿਆਰਾਂ 'ਚ ਵੀ ਬਹੁਤ ਅੱਗੇ ਆ। ਤਾਂ ਤੁਹਾਨੂੰ ਕਿਤੇ ਨਾ ਕਿਤੇ ਕਹਿ ਸਕਦੇ ਹੋ ਕਿ ਵੀ ਤੁਹਾਡੇ ਕੋਲੇ ਆਪ ਦੀ ਸਮਰੱਥਾ ਹੈ ਨਹੀਂ ਸੀ ਉਹਦੀ ਟੱਕਰ ਲੈਣ ਦੀ, ਤਾਂ ਤੁਸੀਂ ਸਹਾਰਾ ਲਿਆ। ਸਹਾਰੇ ਇਹ ਕਹਿ ਲਓ ਇਹ ਦੋਸਤੀ ਰਹਿ ਜੂਗੀ ਜਾਂ ਨਹੀਂ, ਜਦੋਂ ਤੁਸੀਂ ਸਹਾਰਾ ਲੈਂਦੇ ਹੋ ਆਪਦੀ ਸੁਰੱਖਿਆ ਵਾਸਤੇ ਕਿਸੇ ਦਾ, ਤਾਂ ਤੁਹਾਨੂੰ ਕੋਈ ਨਾ ਕੋਈ ਕੰਪਰੋਮਾਈਜ਼ਸ ਵੀ ਕਰੋਗੇ, ਉਹਦੇ ਵਾਸਤੇ ਇੰਡਸਟਰੀ ਵੀ ਖੋਲੋਗੇ, ਉਹਨਾਂ ਨੂੰ ਹੋਰ ਕੋਈ ਫਾਇਦੇ ਵੀ ਦਿਓਗੇ, ਉਹਨਾਂ ਦੇ ਹਥਿਆਰ ਵੀ ਲਾਓਗੇ। ਜਿਵੇਂ ਆਪਾਂ ਕਿਹਾ ਟਰੀਟੀ ਹੋਈ ਵੀ ਹੈ 2015 ਦੀ, ਤਾਂ ਅਸੀਂ ਉਹਨਾਂ ਵਾਸਤੇ ਬੇਸਿਸ ਵੀ ਖੋਲ੍ਹੀਆਂ। ਤਾਂ ਇਹ ਵੇਖੋ ਕਿ ਇਹ ਨਹੀਂ ਕਹਿ ਸਕਦੇ ਕਿ ਜੋ ਫਾਇਦਾ ਹੀ ਫਾਇਦਾ ਨਿਕਲੋ, ਇਹ 'ਚ ਫਾਇਦੇ ਘਾਟੇ ਦੋਵੇਂ ਨਿਕਲਣ। ਹੁਣ ਜਿਸ ਤਰੀਕੇ ਨਾਲ ਚੀਨ ਅੱਗੇ ਆ ਰਿਹਾ ਸੀ, ਬਾਰਡਰ ਤੋਂ ਕਾਫੀ ਅੱਗੇ ਆ ਗਿਆ ਸੀ, ਤਾਂ ਹੁਣ ਵਾਪਸ ਜਾਣ ਲਈ ਤੁਸੀਂ ਕੀ ਕਾਰਨ ਮੰਨਦੇ ਹੋ? ਕਿ ਅਮਰੀਕਾ ਦੇ ਵੱਲ ਭਾਰਤ ਨੇ ਇਸ਼ਾਰਾ ਕੀਤਾ ਹੈ, ਨਾਲ ਸੰਧੀ ਹੋ ਗਈ ਹੈ ਤਾਂ ਕਰਕੇ, ਕਿ ਚੀਨ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਭਾਰਤ ਨੂੰ ਪੂਰੀ ਤਰ੍ਹਾਂ ਅਮਰੀਕਾ ਦੇ ਨਾਲ ਹੈ ਤਾਂ ਵਾਪਸ ਗਿਆ? ਪਹਿਲੀ ਗੱਲ ਤਾਂ ਜੀ ਆਪਾਂ ਬਿਲਕੁਲ ਕਲੀਅਰ ਨਹੀਂ ਹੈ ਕਿ ਉਹ ਵਾਪਸ ਗਿਆ ਜਾਂ ਨਹੀਂ ਗਿਆ, ਕਿਉਂਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਜਾਂ ਕਿਸੇ ਨੇ ਇਹ ਗੱਲ ਨਹੀਂ ਆਖੀ ਕਿ ਉਹ ਵਾਪਸ ਗਿਆ, ਨਾ ਚਾਈਨੀਜ਼ ਨਿਊਜ਼ਪੇਪਰ ਜਾਂ ਉਹਨਾਂ ਦੇ ਕਿਸੇ ਸਪੋਕਸਮੈਨ ਨੇ ਇਹ ਗੱਲ ਆਖੀ ਆ। ਸਿਰਫ ਇਹ ਗੱਲ ਹੋ ਰਹੀ ਹੈ ਕਿ ਡੀ-ਐਸਕੇਲੇਸ਼ਨ ਹੋਣ ਦੇ ਚਾਂਸ ਆ, ਗੱਲਬਾਤ ਸੁਖਾਵੀਂ ਹੋਈ ਆ। ਅੱਡ ਖਬਰਾਂ ਆ ਰਹੀਆਂ ਇੰਡੀਅਨ ਪ੍ਰੈਸ ਦੇ ਵਿੱਚ ਵੀ, ਕਿਤੇ ਉਹ ਕਹਿੰਦੇ ਵੀ 3 ਕਿਲੋਮੀਟਰ ਪਿੱਛੇ ਹੋ ਗਿਆ, ਕਿਤੇ 1.5 ਹੋ ਗਏ ਆ, ਪਰ ਕਈ ਜਗ੍ਹਾ ਉਹਨਾਂ ਨੇ ਆਪਦੇ ਫਾਰਮਲ ਸਟਰਕਚਰਸ ਬਣਾ ਲਏ ਔਨ ਪਲੇਸ, ਜਿਹੜੇ ਕਿ ਵਾਪਸ ਜਾਣ ਕੱਲ੍ਹ ਨੂੰ ਕਿਸੇ ਟਾਈਮ ਆ ਕੇ ਵੀ ਕੈਪਚਰ ਕਰਦੇ, ਉਹ ਵਾਪਸ ਜਾਂਦੇ ਵੀ ਰਹਿੰਦੇ ਆ। ਤੇ ਜਿਵੇਂ ਮੈਂ ਤੁਹਾਨੂੰ ਗੱਲ ਆਖੀ ਕਿ ਮਸਲਾ ਵਾਪਸ ਜਾਣ ਦਾ ਨਹੀਂ, ਮਸਲਾ ਇਹ ਹੈ ਕਿ ਉਹ ਪਿੱਛੇ ਕਿੰਨਾ ਬਿਲਡਅਪ ਕਰੀ ਬੈਠੇ ਆ, ਬੜੇ ਨੇੜੇ ਕਿੰਨਾ ਬਿਲਡਅਪ ਕਰੀ ਬੈਠੇ ਆ, ਤੇ ਆਪਾਂ ਭਾਰਤ ਨੂੰ ਇਨਫਰਾਸਟਰਕਚਰ ਬਣਾਉਣ ਦਿੰਦੇ ਆ ਕਿ ਨਹੀਂ ਦਿੰਦੇ। ਹੁਣ ਇਹ ਵਾਪਸ ਜਾਣ ਬਾਰੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਉਹਦੇ ਵਿੱਚ ਆਪਾਂ ਨੂੰ ਇਹ ਸਮਝਣਾ ਪਊਗਾ ਵੀ ਚੀਨ ਉੱਥੇ ਆਇਆ ਕਿਉਂ। ਚੀਨ ਉੱਥੇ ਇਸ ਕਰਕੇ ਆਇਆ ਹੈ ਕਿ ਚੀਨ ਭਾਰਤ ਨੂੰ ਡਿਪਲੋਮੈਟਿਕ ਟੇਬਲ 'ਤੇ ਬਿਠਾਉਣਾ ਚਾਹੁੰਦਾ ਹੈ, ਤੇ ਇਹ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਹੈ ਕਿ ਵੀ ਤੁਸੀਂ ਵੁਹਾਨ ਸਪਿਰਿਟ ਦੇ ਹਿਸਾਬ ਨਾਲ ਸਾਡੇ ਐਡਵਰਸਰੀ ਹੋ ਕਿ ਸਾਡਾ ਮਿੱਤਰ ਦੇਸ਼ ਹੋ। ਤਕਰੀਬਨ ਚੀਨ ਉਸ ਕੰਮ 'ਚ ਕਾਮਯਾਬ ਹੁੰਦਾ ਜਾਂਦਾ। ਚੀਨ ਦੇ ਤੇ ਆਪਾਂ ਪਹਿਲਾਂ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਮੈਥਡਸ ਵੇਖੇ ਸੀ ਨਾ, ਅਸੀਂ ਉਸ ਨੈਰੇਟਿਵ ਦੇ ਉੱਤੇ ਚਾਈਨਾ ਦਾ ਰਿਲੇਸ਼ਨਸ਼ਿਪ ਨੂੰ ਨਹੀਂ ਜੱਜ ਕਰ ਸਕਦੇ। ਇੱਥੇ ਤਾਂ ਇਹ ਹੁੰਦਾ ਕਿ ਵੀ ਉਹਨਾਂ ਦੇ 3 ਬੰਦੇ, ਉਹਨਾਂ ਨੇ ਆਪਣੇ 3 ਬੰਦੇ ਮਾਰਤੇ, ਅਸੀਂ 7 ਮਾਰਤੇ, ਆਪਾਂ ਇਮੀਡੀਏਟ ਰਿਐਕਸ਼ਨ ਮੰਗਦੇ ਹਾਂ ਮੈਕਡੋਨਲਡ ਦੇ 버ਗਰ ਵਾਂਗੂ। ਉਹ ਚੀਜ਼ ਨਹੀਂ ਉਸ 'ਤੇ ਚੱਲਦੀ। ਚਾਈਨਾ ਇੱਕ ਸਟ੍ਰੈਟੇਜਿਕ ਪਲੇਅਰ ਆ, ਉਹ ਬੜੇ ਡੋਮੇਨਸ 'ਤੇ ਲੜਾਈ ਲੜਦਾ, ਉਹ ਬੜੇ ਫਰੰਟਸ 'ਤੇ ਲੜਾਈ ਲੜਦਾ। ਉਹ ਪਬਲਿਕ ਪਰਸੈਪਸ਼ਨ ਕੀ ਕ੍ਰੀਏਟ ਕਰ ਰਿਹਾ, ਸਾਡੀ ਲੀਡਰਸ਼ਿਪ ਨੂੰ ਕਿੰਨਾ ਕੁ ਕੋਅਰਸ ਕਰ ਰਿਹਾ, ਸਾਡੀ ਮਿਲਟਰੀ ਦੇ ਉੱਤੇ ਕੀ ਅਸਰ ਪਾ ਰਿਹਾ ਹੈ, ਕੀ ਉਹ ਉਹਦੀ ਮਰਜ਼ੀ ਨਾਲ ਆਇਆ, ਮਰਜ਼ੀ ਨਾਲ ਗਿਆ, ਇਹ ਬੜੇ ਫੈਕਟਰ ਹੈਗੇ ਆ। ਸੋ ਇਹਨੂੰ ਐਡਾ ਸਿੰਪਲੀ ਨਹੀਂ ਲਿਆ ਜਾ ਸਕਦਾ ਕਿ ਉਹ ਵਾਪਸ ਚਲਾ ਗਿਆ ਕਿ ਨਹੀਂ ਚਲਾ ਗਿਆ, ਤੇ ਉਹ ਗਿਆ ਕਿ ਨਹੀਂ ਗਿਆ, ਉਹਨੇ ਸਟਰਕਚਰਸ ਕੀ ਉੱਥੇ ਬਿਲਟ ਕਰ ਗਿਆ, ਇਹ ਬੜੇ ਫੈਕਟਰ ਦੇਖਣੇ ਪੈਣੇ।
ਤੁਸੀਂ ਇਨਫਰਾਸਟ੍ਰਕਚਰ ਦੀ ਗੱਲ ਕੀਤੀ ਹੈ, ਜਿਸ ਤਰੀਕੇ ਨਾਲ ਚੀਨ ਹੁਣ ਆਪਣੇ ਇਨਫਰਾਸਟ੍ਰਕਚਰ ਉਸ ਪਾਸੇ ਵਧਾ ਰਿਹਾ ਹੈ, ਕਾਫੀ ਉਹਨੇ ਡਿਵੈਲਪ ਵੀ ਕਰ ਲਈ ਹੈ। ਜਦੋਂ ਭਾਰਤ ਡਿਵੈਲਪਮੈਂਟ ਕਰ ਕਿਉਂ ਨਹੀਂ ਰਿਹਾ? ਆਪਾਂ ਹੁਣ ਵੀ ਦੇਖਦੇ ਹਾਂ ਕਿ 8-8 ਕਿਲੋਮੀਟਰ ਜਿਹੜੇ ਬਾਰਡਰ ਹੈਗੇ ਨੇ, ਸੜਕਾਂ ਵੀ ਨਹੀਂ ਹੈਗੀਆਂ ਉੱਥੇ। ਫਿਰ ਚੀਨ ਭਾਰਤ ਨੂੰ ਇਨਫਰਾਸਟ੍ਰਕਚਰ ਬਣਾਉਣ ਵਿੱਚ ਉੱਥੇ ਕਿਤੇ ਰੋਕ ਰਿਹਾ, ਜਾਂ ਭਾਰਤ ਵਿੱਚ ਸਮਰੱਥਾ ਹੀ ਨਹੀਂ ਗੀ ਕਿ ਉਹ ਇਨਫਰਾਸਟ੍ਰਕਚਰ ਬਣਾ ਸਕੇ? ਪਹਿਲਾਂ ਤਾਂ ਜੀ ਕੀ ਸੀ ਕਿ ਚਾਈਨਾ ਨੇ 1978 'ਚ ਰਿਫਾਰਮਸ ਲੈ ਆਂਦੇ, ਅਤੇ ਰਿਫਾਰਮਸ ਲਿਆਉਣ ਤੋਂ ਬਾਅਦ 1990 ਤੱਕ ਜਦੋਂ ਭਾਰਤ ਰਿਫਾਰਮਸ ਲੈ ਕੇ ਆਇਆ ਤਾਂ ਉਦੋਂ ਤੱਕ ਚੀਨ ਇਕਨੋਮਿਕਲੀ ਭਾਰਤ ਨੂੰ ਬਹੁਤ ਅੱਗੇ ਨਿਕਲ ਗਿਆ ਸੀਗਾ। ਅਤੇ ਚੀਨ ਨੇ ਇਹ ਜਿਹੜਾ ਇਨਫਰਾਸਟ੍ਰਕਚਰ ਬਣਾਉਣ ਦਾ ਜਿਹੜਾ ਕੰਮ ਸੀ ਉਹ 1990 ਤੋਂ ਹੀ ਸ਼ੁਰੂ ਕਰਤਾ ਸੀ। ਹਾਲੇ ਭਾਰਤ ਉਸ ਸਮਰੱਥਾ 'ਚ ਹੀ ਹੈ ਨਹੀਂ ਸੀਗਾ ਕਿ ਉੱਧਰ ਬਣਾ ਸਕੇ, ਤਾਂ ਜ਼ਿਆਦਾ ਇਨਫਰਾਸਟ੍ਰਕਚਰ ਤਾਂ ਉਹਨੇ ਉਦੋਂ ਬਣਾ ਲਿਆ ਕਾਫੀ। ਉਦੋਂ ਬਾਅਦ ਉਹ ਕੌਨਸਟੈਂਟਲੀ ਇਕਨੋਮਿਕਲੀ ਅੱਗੇ ਆ, ਤਾਂ ਉਹਦੇ ਕੋਲੇ ਮੀਨਸ ਜ਼ਿਆਦਾ ਹੈਗੇ ਆ। ਤਾਂ ਇੱਕ ਅਸੀਂ ਆਪਾਂ ਮਿਲਟਰੀ ਟਰਮਸ 'ਚ ਕਹਿੰਦੇ ਆ ਕਿ ਇੱਕ ਉਹਨੇ ਉੱਥੇ ਇੱਕ ਹੈਬੀਟੈਟ ਡਿਵੈਲਪ ਕਰ ਲਿਆ, ਈਕੋਸਿਸਟਮ ਡਿਵੈਲਪ ਕਰ ਰਿਹਾ, ਜਿਹਦੇ ਨਾਲ ਉੱਥੇ ਫੌਜ ਰੱਖੀ ਜਾ ਸਕਦੀ ਹੈ ਨੇੜੇ। ਉਹਦੇ ਕੋਲੇ ਲੌਜਿਸਟਿਕ ਬੇਸ ਬਹੁਤ ਤਕੜੀ ਹੈਗੀ ਆ। ਹੁਣ ਉਹਨੇ ਇਹ ਸਾਰਾ ਕੁਝ ਡਿਵੈਲਪ ਕਰਕੇ ਉਹ ਤੁਹਾਡੇ ਸਿਰ 'ਤੇ ਆ ਗਿਆ। ਭਾਰਤ ਨੇ ਇਹ ਸਾਰਾ ਕੰਮ ਸ਼ੁਰੂ ਕੀਤਾ 2007-08 'ਚ। ਮੋਦੀ ਸਰਕਾਰ ਆਉਣ ਤੋਂ ਬਾਅਦ ਗਡਕਰੀ ਸਾਹਿਬ ਨੇ ਕਾਫੀ ਤੇਜ਼ੀ ਲਿਆਂਦੀ ਇਹਦੇ, ਪਰ ਹੁਣ ਕਿਉਂਕਿ ਉਹ ਬਿਲਕੁਲ ਹਾਵੀ ਹੈਗੇ ਆ, ਤਾਂ ਉਹ ਇੱਕ ਤਰ੍ਹਾਂ ਬਾਂਹ ਮਰੋੜਦੇ ਆ ਕਿ ਅਸੀਂ ਚਾਹੇ ਬਣਾਇਆ ਹੋਇਆ ਪਰ ਤੁਸੀਂ ਨਹੀਂ ਬਣਾ ਸਕਦੇ। ਸੋ ਇਹ ਕਹਿ ਲਓ ਕਿ ਅੱਜ ਜੇ ਇਕਨੋਮਿਕ ਸਮਰੱਥਾ ਹੋਈ ਆ ਭਾਰਤ ਦੀ, ਤਾਂ ਮਿਲਟਰੀ ਸਮਰੱਥਾ ਹੈ ਨਹੀਂ ਗੀ ਕਿ ਉੱਥੇ ਸਟਰਕਚਰ ਬਣਾਇਆ ਜਾ ਸਕੇ। ਹੁਣ ਜਿਸ ਤਰੀਕੇ ਨਾਲ ਪਹਿਲਾਂ ਵੀ ਆਪਾਂ ਦੇਖਦੇ ਹਾਂ ਰਾਜਨੀਤੀ ਲੋਕਾਂ ਦੇ ਬਿਆਨ ਆਉਂਦੇ ਨੇ, ਇੱਕ ਪਾਸੇ ਮੀਡੀਆ ਵੀ ਗੱਲਾਂ ਕਰਦਾ ਕਿ ਹੁਣ ਜਿਸ ਤਰੀਕੇ ਨਾਲ ਵਾਪਸ ਚਲਾ ਗਿਆ, ਹੁਣ ਜਿਵੇਂ ਤੁਸੀਂ ਗੱਲ ਕੀਤੀ ਅਖਬਾਰਾਂ ਵਿੱਚ ਵੀ ਆ ਰਿਹਾ ਵੀ 1.5 ਕਿਲੋਮੀਟਰ ਜਾਂ 3 ਕਿਲੋਮੀਟਰ ਚੀਨ ਵਾਪਸ ਚਲਾ ਗਿਆ। ਹੁਣ ਇਹ ਗੱਲਬਾਤ ਜਿਹੜੀ ਕਾਫੀ ਲੰਮੇ ਸਮੇਂ ਤੋਂ, ਮੈਂ ਜਿਵੇਂ ਕਿਹਾ 1962 ਤੋਂ ਬਾਅਦ 2020 ਵਿੱਚ ਕਾਫੀ ਲੰਮਾ ਸਮਾਂ ਹੋ ਗਿਆ, ਚੀਨ ਨਾਲ ਕਿਤੇ ਬਣਦੀ ਹੈ ਕਿਤੇ ਨਹੀਂ ਬਣਦੀ, ਕਿਤੇ ਹਾਮੀ ਹੋ ਵੀ ਜਾਂਦੀ ਹੈ। ਪਰ ਇਹਦੇ ਪੋਲੀਟਿਕਸ ਮਾਇਨੇ ਕੀ ਨੇ? ਜੇ ਆਪਾਂ ਰਾਜਨੀਤਿਕ ਦੀ ਗੱਲ ਕਰੀਏ, ਰਾਜਨੀਤਿਕ ਮਾਇਨੇ ਕੀ ਨਿਕਲਦੇ ਨੇ ਕਿ ਚੀਨ ਜੇ ਹਾਵੀ ਹੋ ਜਾਂਦਾ ਭਾਰਤ ਉੱਤੇ, ਜੇ ਅਮਰੀਕਾ ਵਿੱਚ ਇੰਟਰਫੇਅਰ ਕਰਦਾ ਜਾਂ ਪਾਕਿਸਤਾਨ ਇੰਟਰਫੇਅਰ ਕਰਦਾ, ਫਿਰ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਪੂਰੀ ਦੁਨੀਆ ਦੇ ਵਿੱਚ ਤਣਾਅਪੂਰਨ ਮਾਹੌਲ ਵੀ ਪੈਦਾ ਹੋ ਸਕਦਾ? ਚੀਨ ਕਰ ਰਿਹਾ ਜੀ, ਚੀਨ ਬਹੁਤ ਅਗਰੈਸਿਵ ਹੋ ਰਿਹਾ ਬਹੁਤ ਜਗ੍ਹਾ 'ਤੇ। ਚੀਨ ਪਿੱਛੇ ਇੰਡੋਨੇਸ਼ੀਆ 'ਤੇ ਅਗਰੈਸਿਵ ਹੋ ਗਿਆ, ਜਿਹੜਾ ਉਹ ਤੋਂ 1500 ਕਿਲੋਮੀਟਰ ਦੂਰ ਆ। ਚੀਨ ਫਿਲੀਪਾਈਨਸ ਜਿਹੜਾ ਬਿਲਕੁਲ ਅਮਰੀਕਾ ਦਾ ਆਪਣਾ ਕੈਂਪ ਹੀ ਛੱਡ ਗਿਆ ਸੀ, ਉਹਦੇ 'ਤੇ ਵੀ ਅਗਰੈਸਿਵ ਹੋ ਗਿਆ ਫਿਲੀਪਾਈਨਸ 'ਤੇ। ਤਾਂ ਚੀਨ ਆਪਦੇ ਆਪ ਨੂੰ ਐਗਜ਼ਰਟ ਕਰ ਰਿਹਾ ਹੈ ਆਲ ਓਵਰ ਦੀ ਵਰਲਡ। ਉਹ ਇਹ ਚਾਹੁੰਦਾ ਹੈ ਕਿ ਵੀ ਕਿਤੇ ਨਾ ਕਿਤੇ ਉਹਨਾਂ ਇੱਕ ਤਾਂ ਜਿਹੜਾ ਪਿੱਛੇ ਆ ਕਰੋਨਾ ਵਾਇਰਸ ਤੋਂ ਬਾਅਦ ਉਹ ਆਪਦੀ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ। ਦੂਜਾ ਚੀਨ ਦੀ ਪਰਸੈਪਸ਼ਨ ਇਹ ਹੈਗੀ ਹੈ ਇਸ ਸਮੇਂ ਕਿ ਵੀ ਅਮਰੀਕਾ ਇੰਨਾ ਪਾਵਰਫੁਲ ਨਹੀਂ ਰਿਹਾ ਜਿੰਨਾ ਉਸ ਆਪਾਂ ਸੋਚਦੇ ਹੈਗੇ ਆ। ਤੀਸਰਾ ਇਹ ਗੱਲ ਹੈ ਕਿ ਚੀਨ ਆਪਦੀ ਇੱਕ ਜਗ੍ਹਾ ਲੱਭ ਰਿਹਾ ਹੈ, ਘੱਟੋ ਘੱਟ ਯੂਨੀਪੋਲਰ ਵਰਲਡ ਨਹੀਂ ਤਾਂ ਉਹ ਬਾਈਪੋਲਰ ਵਰਲਡ ਦੇ ਵਿੱਚ, ਇੱਕ ਆਪਦੀ ਏਸ਼ੀਆ ਦੇ ਵਿੱਚ, ਅਤੇ ਉੱਥੇ ਇੱਕ ਜਗ੍ਹਾ ਸਥਾਨ ਲੱਭ ਰਿਹਾ। ਤਾਂ ਇਹ ਪ੍ਰੋਬਲਮ ਹੈਗੀ ਆ। ਅਤੇ ਇਹਦੇ ਵਿੱਚ ਚੀਨ ਦਾ ਜਿਹੜਾ ਆਪਾਂ ਕਹਿਣਾ ਕਿ ਵੀ ਚੀਨ ਉਹਦੇ ਤੋਂ ਡਰ ਕੇ ਚਲਾ ਗਿਆ ਜਾਂ ਨਹੀਂ, ਉਹਨੇ ਆਪਦਾ ਇੱਕ ਉਹਦੀ ਸਟ੍ਰੈਟਜਿਕ ਮੂਵ ਹੈਗੀ ਆ। ਉਹ ਸਟ੍ਰੈਟਜਿਕ ਮੂਵ ਦੇ ਵਿੱਚ ਉਹਨੇ ਸਿਰਫ ਇਹ ਵੇਖਣਾ ਕਿ ਕੋਲਡ ਵਾਰ ਦੇ ਵਿੱਚ ਭਾਰਤ ਕਿੱਥੇ ਜੇ ਖੜਾ, ਉਹਦੀ ਉਹਨੇ ਆਪਦੀ ਤਸਦੀਕ ਕੀਤੀ ਹੈ। ਹੁਣ ਤੁਹਾਨੂੰ ਲੱਗਦਾ ਕਿ ਚੀਨ ਦੁਬਾਰਾ ਫਿਰ ਇਹੋ ਜਿਹੀ ਹਰਕਤ ਕਰੇਗਾ, ਬਾਰਡਰ ਦੇ ਉੱਤੇ ਆਊਗਾ? ਉਹ ਇਸ ਗੱਲ ਲਈ ਕੋਈ ਸਮਝੌਤਾ ਹੈਗਾ ਜਾਂ ਕਿਸ ਤਰੀਕੇ ਨਾਲ ਸਮਝਣਾ ਪੈਣਾ ਅੱਗੇ ਜਾ ਕੇ ਰਾਜਨੀਤਿਕ ਪਾਰਟੀਆਂ ਨੂੰ? ਠੀਕ ਹੈ, ਅਸੀਂ ਹੁਣ ਅਮਰੀਕਾ ਦਾ ਸਾਥ ਦੇ ਰਹੇ ਹਾਂ, ਆਸਟ੍ਰੇਲੀਆ ਦੇ ਸਮਝੌਤੇ ਦੀ ਵੀ ਆਪਾਂ ਗੱਲ ਕੀਤੀ ਹੈ, ਹੁਣ ਅੱਗੇ ਜਾ ਕੇ ਫਿਰ ਚਾਈਨਾ ਦੇ ਉੱਤੇ ਜਾ ਕੇ ਮਾਹੌਲ ਤਣਾਅਪੂਰਨ ਹੋ ਸਕਦਾ ਬਾਰਡਰ 'ਤੇ? ਹਾਂਜੀ, ਚੀਨ ਦਾ ਮਾਹੌਲ ਤਣਾਅਪੂਰਨ ਵੀ ਹੋ ਸਕਦਾ ਹੈ। ਚੀਨ ਇੱਕ ਉਹਨਾਂ ਦੇ ਇੱਕ ਅਕਸ਼ਰ ਹੈਗਾ, ਉਹਨੂੰ ਅਸੀਂ ਇਸਲਾਮੀ ਸਲਾਈਸਿੰਗ ਕਹਿੰਦੇ, ਵੀ ਚੀਨ ਥੋੜ੍ਹਾ ਥੋੜ੍ਹਾ ਖਾਂਦਾ ਹੈ, ਤਾਂ ਉਹ ਵੀ ਕਰ ਸਕਦਾ ਚੀਨ। ਪਰ ਉਸ ਤੋਂ ਵੀ ਵੱਡੀ ਗੱਲ ਆ ਕਿ ਸਾਨੂੰ ਇਹ ਸਮਝਣਾ ਪਊਗਾ ਕਿ ਦੋਨਾਂ ਦੀ ਵਾਰਫੇਅਰ ਦੀ ਟੈਕਨੀਕ ਕੀ ਆ ਉਹਨਾਂ ਦੀ। ਚੀਨ ਜਦੋਂ ਲੜਾਈ ਲੜ ਰਿਹਾ ਹੈ, ਚੀਨ ਦੀ ਜਿਹੜੀ ਪਲੈਨਿੰਗ ਹੈਗੀ ਹੈ ਲੜਾਈ ਦੀ, ਉਹ ਬਿਲਕੁਲ ਡਿਫਰੈਂਟ ਕਾਈਂਡ ਆਫ ਵਾਰਫੇਅਰ ਲੜ ਰਿਹਾ ਹੈ। ਉਹਦੀ ਵਾਰਫੇਅਰ 6 ਜਾਂ 7 ਡਿਮੈਂਸ਼ਨਸ 'ਚ ਜਾਂ ਡੋਮੇਨਸ 'ਚ ਲੜ ਰਿਹਾ। ਉਹ ਇਕੱਲੀ ਜ਼ਮੀਨੀ ਲੜਾਈ ਨਹੀਂ ਲੜ ਰਿਹਾ, ਉਹ ਸਾਈਬਰ 'ਚ ਵੀ ਲੜ ਰਿਹਾ, ਉਹ ਸਪੇਸ 'ਚ ਵੀ ਲੜ ਰਿਹਾ। ਉਹਨੇ ਤਕਰੀਬਨ ਤੁਹਾਡੇ ਨੈਟਵਰਕਸ ਦੇ ਜੇ ਸਾਈਬਰ ਨੈਟਵਰਕਸ ਉਹਨਾਂ ਦੇ ਵਿੱਚ ਵੀ ਇਨਫਿਲਟਰੇਟ ਕੀਤਾ ਹੋਇਆ। ਤਾਂ ਚੀਨ ਦੀ ਲੜਾਈ ਦਾ ਢੰਗ ਡਿਫਰੈਂਟ ਆ, ਉਹਨੂੰ ਐਲਗੋਰਿਦਮ ਵਾਰਫੇਅਰ ਕਹਿੰਦੇ ਆ। ਉਹਨੇ ਰਾਕਟ ਫੋਰਸ ਬੜੀ ਤਕੜੀ ਬਣਾਈ ਹੋਈ ਆ ਉਹਦੀ, ਜਿੱਥੇ ਜਿਹੜਾ ਕਿ ਕੰਟੈਕਟ 'ਚ, ਜਿਹਨੂੰ ਆਰਮੀ ਦੇ ਸ਼ਬਦਾਂ 'ਚ ਕਿਹਾ ਜਾਂਦਾ ਕਿ ਵੀ ਸਿੱਧੀ ਲੜਾਈ ਹੋਣ ਤੋਂ ਪਹਿਲਾਂ ਹੀ ਬਹੁਤ ਉਹ ਡੈਮੇਜ ਕਰ ਸਕਦਾ ਹੈਗਾ। ਤਾਂ ਉਹ ਹੋ ਸਕਦਾ ਹੈ ਜੀ ਆਉਣ ਵਾਲੇ ਸਮੇਂ 'ਚ ਉਹ ਅਗਾਂਹ ਦੁਬਾਰਾ ਵੀ ਵੱਧ ਸਕਦਾ ਹੈ। ਇਹ ਸਭ ਗੱਲਾਂ ਡਿਪੈਂਡ ਕਰਨਗੀਆਂ ਕਿ ਬੈਲੈਂਸ ਆਫ ਪਾਵਰ ਕੀ ਹੁੰਦਾ ਹੈ ਅਗਲੇ 10-15 ਸਾਲਾਂ ਦੇ ਵਿੱਚ ਕਿ ਅਮਰੀਕਾ ਭਾਰੂ ਰਹਿ ਜਾਂਦਾ ਹੈ ਜਾਂ ਚੀਨ ਭਾਰੀ ਤਕੜਾ ਹੋ ਜਾਂਦਾ ਹੈ। ਜੇ ਉਸ ਸਥਿਤੀ ਦੇ ਵਿੱਚ ਸਭ ਕੁਝ ਡਿਵੈਲਪ ਕਰੂਗਾ, ਸਮਝ ਲਓ ਕਿ ਅਗਲੇ 10 ਤੋਂ 15 ਸਾਲ ਜਿਹੜੇ ਹੈਗੇ ਇਸ ਖਿੱਤੇ ਦੇ ਵਿੱਚ ਹਾਰਡ ਬਾਰਡਰ ਰਹਿਣਗੇ। ਇਹ ਰੇਸ ਲੱਗੂਗੀ, ਇਸ ਰੇਸ ਦੇ ਕੁਝ ਫਾਇਦੇ ਕੁਝ ਨੁਕਸਾਨ ਹੋਣਗੇ ਭਾਰਤ ਨੂੰ, ਪਰ ਜਦੋਂ ਵੀ ਜੰਗ ਨੇੜੇ ਆਉਂਦੀ ਆ ਉਹਦੇ ਨੁਕਸਾਨ ਜ਼ਿਆਦਾ ਹੁੰਦੇ। ਕਿ ਅਮਰੀਕਾ ਤੇ ਚੀਨ ਆਪਸ ਦੇ ਵਿੱਚ ਸ਼ਕਤੀਸ਼ਾਲੀ ਹੋਣ ਦੇ ਨਾਲ ਨਾਲ ਪਾਕਿਸਤਾਨ ਦੇ ਭਾਰਤ ਨੂੰ ਕਿਤੇ ਵਰਤਣ ਨੇ ਦੋਨੋਂ?
ਮੈਂ ਪਹਿਲਾਂ ਵੀ ਜਿਵੇਂ ਗੱਲ ਕੀਤੀ ਹੈ ਕਿ ਜੀ ਵੇਖੋ ਜਦੋਂ ਤੁਹਾਡੇ ਕੋਲੇ ਆਪਦੀ ਸਮਰੱਥਾ ਹੈ ਨਹੀਂ ਸੁਰੱਖਿਅਤ ਰੱਖਣ ਦੀ, ਤੇ ਤੁਹਾਨੂੰ ਸੁਰੱਖਿਆ ਬਾਹਰਲੇ ਕਿਸੇ ਧਿਰ ਨਾਲ ਲੱਗ ਕੇ ਜਾਂ ਕਰਨੀ ਪੈਂਦੀ ਆ, ਤਾਂ ਉਹਦੇ ਵਿੱਚ ਤੁਹਾਡੀ ਵਰਤੋਂ ਵੀ ਹੁੰਦੀ ਆ ਤੇ ਤੁਹਾਡੇ ਕਈ ਵਾਰੀ ਫਾਇਦੇ ਵੀ ਹੁੰਦੇ ਆ। ਫੋਰ ਐਗਜ਼ਾਮਪਲ ਜਿਵੇਂ ਜਾਪਾਨ ਨੂੰ ਨੇ ਪਿਛਲੀ ਕੋਲਡ ਵਾਰ 'ਚ ਅਮਰੀਕਾ ਦਾ ਸਾਥ ਦਿੱਤਾ ਟਰੂਮੈਨ ਡਾਕਟਰਾਈਨ ਜਾ ਕੇ, ਤਾਂ ਜਾਪਾਨ ਨੇ ਉਹਦੇ 'ਚ ਇਕਨੋਮਿਕ ਤਰੱਕੀ ਬਹੁਤ ਕੀਤੀ, ਬਟ ਉਹ ਮਿਲਟਰੀ ਪਾਵਰ ਦੇ ਤੌਰ 'ਤੇ ਖਤਮ ਹੋ ਗਿਆ। ਇੱਕ ਤਰ੍ਹਾਂ ਉਹਦੀ ਆਪਦੀ ਸਵੈ ਇੱਛਾ ਕੋਈ ਰਹਿ ਨਹੀਂ ਗਈ। ਇਸੇ ਤਰ੍ਹਾਂ ਸਾਊਥ ਕੋਰੀਆ ਅਮੀਰ ਹੋ ਗਿਆ ਬਹੁਤ ਜ਼ਿਆਦਾ, ਪਰ ਉਹਦੀ ਆਪਦੀ ਕੋਈ ਪੋਲੀਟੀਕਲ ਇੱਛਾ ਨਹੀਂ ਰਹੀ, ਉਹ ਅਮਰੀਕਾ ਦੇ ਡਿਪੈਂਡੈਂਟ ਹੋ ਗਿਆ। ਸੋ ਇਹ ਟ੍ਰੇਡ ਆਫ ਹੈਗਾ ਕਿ ਤੁਸੀਂ ਇਕਨੋਮਿਕਲੀ ਤਰੱਕੀ ਕਰ ਸਕਦੇ ਹੋ। ਜਿਵੇਂ ਅੱਜ ਵੀ ਜੇ ਚੀਨ ਚਾਹੇ ਤਾਂ ਚੀਨ ਇਕਨੋਮਿਕਲੀ ਤਰੱਕੀ ਕਰ ਸਕਦਾ। ਅਮਰੀਕਾ ਨੂੰ ਕੋਈ ਪ੍ਰੋਬਲਮ ਨਹੀਂ ਜੀ ਉਹ ਬਣਾਉਣਾ ਬਣਾ ਕੇ ਬੂਟ ਬਣਾ ਕੇ ਵੇਚੀ ਜਾਵੇ, ਸੈੱਲਫੋਨ ਬਣਾ ਕੇ ਵੇਚੀ ਜਾਵੇ, ਕੋਈ ਦਿੱਕਤ ਨਹੀਂ। ਪਰ ਜਦੋਂ ਉਹ ਆਪਦੇ ਆਪ ਨੂੰ ਮਿਲੀਟੈਰਲੀ ਅਸਰਟ ਕਰਦਾ ਤਾਂ ਉਦੋਂ ਦਿੱਕਤ ਆ। ਉਸੇ ਤਰੀਕੇ ਨਾਲ ਭਾਰਤ ਆ ਜਾਂ ਪਾਕਿਸਤਾਨ ਆ, ਉਹ ਜੇ ਕਿਸੇ ਦੀ ਮਦਦ ਲੈਣਗੇ ਚੀਨ ਦੀ ਜਾਂ ਭਾਰਤ ਅਮਰੀਕਨ ਖੇਮੇ 'ਚ ਜਾਊਗਾ, ਪਾਕਿਸਤਾਨ ਜੇ ਅਮਰੀਕੀ 'ਚ ਜਾਂਦਾ ਜਾਂ ਚੀਨੀ 'ਚ ਜਾਂਦਾ ਸਮਾਂ ਦੱਸੂ, ਤਾਂ ਉਹ ਖੇਮੇ 'ਚ ਜਾਣ ਨਾਲ ਉਹਨੂੰ ਇਕਨੋਮਿਕ ਫਾਇਦੇ ਹੋਣਗੇ, ਇਕਨੋਮਿਕ ਐਡਵਾਂਟੇਜਸ ਮਿਲ ਸਕਦੀਆਂ ਉਹਨੂੰ। ਲੌਂਗ ਟਰਮ ਤਾਂ ਨਹੀਂ ਕਹਿ ਸਕਦੇ, ਸ਼ਾਰਟ ਟਰਮ ਮਿਲਦੀਆਂ, ਲੌਂਗ ਟਰਮ ਤਾਂ ਫਿਰ ਉਹ ਚੂਸ ਜਾਂਦੇ ਹੈਗੇ ਆ, ਪਰ ਮਿਲੀਟੈਰਲੀ ਜਾਂ ਕਿਤੇ ਨਾ ਕਿਤੇ ਆਪਦੀ ਪ੍ਰਭੂ ਸੱਤਾ ਨਾਲ ਉਹਨੂੰ ਕੰਪਰੋਮਾਈਜ਼ ਕਰਨਾ ਹੀ ਪੈਂਦਾ। ਮੇਰਾ ਇੱਕ ਆਖਰੀ ਸਵਾਲ ਹੈ ਕਿ ਜਿਸ ਤਰੀਕੇ ਨਾਲ ਹੁਣ ਮਿਲਟਰੀ ਉੱਥੇ ਕਾਬੂ ਪਾ ਲਿਆ, ਹੁਣ ਵਾਪਸ ਚਲੇ ਗਏ ਚਾਈਨਾ ਵਾਲੇ, ਕਿਹਾ ਜਾ ਰਿਹਾ ਮੀਡੀਆ ਦੇ ਵਿੱਚ, ਜੇ ਹੋਰ ਮਾਹੌਲ ਤਣਾਅਪੂਰਕ ਹੋ ਜਾਂਦਾ, ਜਿਸ ਤਰੀਕੇ ਨਾਲ ਆਪਾਂ ਦੇਖਿਆ ਸੀ ਜਦੋਂ ਵੀ ਬਾਰਡਰ ਦੇ ਮਾਹੌਲ ਤਣਾਅਪੂਰਕ ਹੁੰਦਾ ਤਾਂ ਸਾਰੀਆਂ ਫੌਜਾਂ ਬਾਰਡਰ 'ਤੇ ਚਲੀ ਜਾਂਦੀਆਂ ਨੇ, ਜਦੋਂ ਇਸ ਤਰੀਕੇ ਦਾ ਮਾਹੌਲ ਪੈਦਾ ਹੋਇਆ ਤਾਂ ਤੁਹਾਨੂੰ ਲੱਗਦਾ ਕਿਹੜੇ ਇਹੋ ਜਿਹੇ ਸਟੇਟ ਹੈਗੇ ਨੇ ਭਾਰਤ ਦੇ ਜਿਹੜੇ ਪ੍ਰਭਾਵਿਤ ਹੋਣਗੇ? ਵੇਖੋ ਜੀ, ਇਹ ਹਾਰਡ ਬਾਰਡਰ ਹੈਗਾ, ਇਹਦੇ 'ਤੇ ਹਮੇਸ਼ਾ ਹੁਣ ਇਹ ਹਾਲਤ ਰਹੂਗਾ। ਜਿਹੜੀਆਂ ਸਟੇਟਾਂ ਪ੍ਰਭਾਵਿਤ ਹੋਣ ਵਾਲੀਆਂ ਇਮੀਡੀਏਟ ਸਟੇਟਸ ਤਾਂ ਜਿਹੜੀਆਂ ਪ੍ਰਭਾਵਿਤ ਹੁੰਦੀਆਂ, ਉਹ ਤਾਂ ਕਸ਼ਮੀਰ ਵੈਲੀ, ਜੰਮੂ ਅਤੇ ਸਮਝ ਲਓ ਲਦਾਖ ਹੁੰਦਾ। ਪਰ ਫਿਰ ਉਸ ਤੋਂ ਬਾਅਦ ਪਲੇਨਸ ਪ੍ਰਭਾਵਿਤ ਹੋਣੀਆਂ ਸ਼ੁਰੂ ਹੋ ਜਾਂਦੀਆਂ। ਜਿਵੇਂ ਪੰਜਾਬ ਪ੍ਰਭਾਵਿਤ ਹੋਊਗਾ, ਪੰਜਾਬ ਦੀ ਪੋਲੀਟਿਕਸ ਦੇ ਉੱਤੇ, ਪੰਜਾਬ ਦੇ ਸਮਾਜ ਦੇ ਉੱਤੇ, ਜਦੋਂ ਇਹ ਲੌਂਗ ਟਰਮ ਚੱਲੂ 15-20 ਸਾਲ ਦਾ, ਜਿਵੇਂ ਆਪਾਂ ਗੱਲ ਕਰਦੇ ਹਾਂ ਕੋਲਡ ਵਾਰ ਜੇ 10-15 ਸਾਲ ਚੱਲਦੀ ਆ, ਤਾਂ ਪੰਜਾਬ ਦੀ ਪੋਲੀਟਿਕਸ 'ਤੇ, ਪੰਜਾਬ ਦੇ ਸਮਾਜ 'ਤੇ ਇਹਨਾਂ ਸਾਰੀਆਂ ਚੀਜ਼ਾਂ 'ਤੇ ਅਸਰ ਪਊਗਾ। ਕਈ ਚੀਜ਼ਾਂ ਮਤਲਬ ਕਈ ਨਰੇਟਿਵਸ ਬਿਲਟਅਪ ਹੋਣਗੇ, ਹਾਈਪਰ ਨੈਸ਼ਨਲਿਜ਼ਮ ਆਉਣ ਦਾ ਚਾਂਸ ਹੋ ਜਾਂਦਾ ਕਿ ਵੀ ਜ਼ਿਆਦਾ ਲੋਕੀ ਨੈਸ਼ਨਲਿਸਟ ਫੀਲਿੰਗ 'ਚ ਆ ਜਾਂਦੇ ਹੈਗੇ ਆ। ਪੰਜਾਬ 'ਚ ਖਾਸ ਕਰਕੇ ਇਹ ਪ੍ਰੋਬਲਮ ਤਾਂ ਆਊਗੀ ਕਿਉਂਕਿ ਇੱਕ ਪਾਸਾ ਪਾਕਿਸਤਾਨ ਦਾ ਬਾਰਡਰ ਆ ਜਾਂਦਾ, ਇੱਕ ਪਾਸੇ ਵਿਵਾਦਿਤ ਕਸ਼ਮੀਰ ਆ ਜਾਂਦਾ, ਇੱਕ ਪਾਸੇ ਨੇੜੇ ਹੀ ਜਿਵੇਂ ਹਿਮਾਚਲ ਅਤੇ ਲਦਾਖ ਨਾਲ ਜਿਹੜਾ ਚੀਨ ਦਾ ਬਾਰਡਰ ਲੱਗਦਾ, ਉਹ ਸਾਰਾ ਹੀ ਡਿਸਪਿਊਟਡ ਹੈਗਾ, ਤਾਂ ਉਹ ਨੇੜੇ ਆ ਜਾਂਦਾ। ਤਾਂ ਪੰਜਾਬ ਦੇ ਵਿੱਚ ਇਹਦਾ ਬਹੁਤ ਅਸਰ ਪਊਗਾ, ਅਤੇ ਉਹ ਆਪਾਂ ਆਉਣ ਵਾਲੇ ਦਿਨਾਂ 'ਚ ਵੇਖਾਂਗੇ ਵੀ ਕਿ ਜਦੋਂ ਫਰੰਟੀਅਰ ਸਟੇਟ ਕੋਈ ਬਣਦੀ ਆ, ਉਹਦੇ ਵਿੱਚ ਜਿਹੜੀ ਅਲੀਟ ਹੁੰਦੀ ਆ, ਉਹਦੇ ਵਿੱਚ ਭਾਰਤੀ ਰਾਸ਼ਟਰਵਾਦ ਦਾ ਬਹੁਤ ਇੱਕ ਫੀਲਿੰਗ ਉੱਠੂਗੀ, ਉਹ ਪ੍ਰੋ ਅਲਾਈਨ ਹੋਣਗੇ ਉਹਦੇ। ਅਤੇ ਜਿਹੜੇ ਤੁਹਾਡੇ ਡਾਇਸਪੋਰਾ ਬਾਹਰ ਬੈਠਾ ਹੈਗਾ, ਉਹਦੇ 'ਤੇ ਵੀ ਜਿਹੜਾ ਕੋਈ ਸੈਪਰੇਟਿਸਟ ਥਾਟ ਉੱਠਦੀ ਆ ਜਾਂ ਕੁਛ ਹੁੰਦੀ ਆ, ਉਹਦੇ 'ਤੇ ਵੀ, ਕਿਉਂਕਿ ਤੁਸੀਂ ਅਮਰੀਕਨ ਪੱਖੀ ਖੇਮੇ 'ਚ ਤਾਂ ਅਮਰੀਕਾ ਦਾ ਜਿਹੜੇ ਦੇਸ਼ਾਂ 'ਚ ਪੱਛਮ 'ਚ ਹੀ ਆ ਜ਼ਿਆਦਾ ਸਿੱਖ ਡਾਇਸਪੋਰਾ, ਉਹਨਾਂ 'ਤੇ ਵੀ ਇੱਕ ਪ੍ਰੈਸ਼ਰ ਡਿਵੈਲਪ ਹੋਊਗਾ ਕਿ ਵੀ ਤੁਸੀਂ ਭਾਰਤ ਦੇ ਹੱਕ 'ਚ ਖੜੇ ਹੋਣ ਦੀ ਕੋਸ਼ਿਸ਼ ਕਰੋ। ਇਸ ਸਨ ਸਾਡੇ ਨਾਲ ਅਜੇਪਾਲ ਸਿੰਘ, ਜਿਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਚੀਨ ਦੇ ਬਾਰਡਰ ਨੂੰ ਲੈ ਕੇ ਭਾਰਤ ਵਿੱਚ ਜਿਸ ਤਰੀਕੇ ਨਾਲ ਮਾਹੌਲ ਤਣਾਅਪੂਰਕ ਬਣਿਆ ਹੋਇਆ ਹੈ। ਆਪਾਂ ਇਹਨਾਂ ਨਾਲ ਫਿਰ ਗੱਲਬਾਤ ਕਰਾਂਗੇ ਜੇ ਚੀਨ ਤੇ ਭਾਰਤ ਵਿੱਚ ਇੱਦਾਂ ਹੀ ਮਾਹੌਲ ਰਿਹਾ ਤੇ ਪੰਜਾਬ ਦੇ ਜਿਸ ਤਰੀਕੇ ਇਹਨਾਂ ਨੇ ਗੱਲ ਕਿਹਾ ਕਿ ਅਸਰ ਪਏਗਾ ਪਲੇਨ ਜਗ੍ਹਾ ਦੇ ਉੱਤੇ ਪੰਜਾਬ 'ਤੇ ਅਸਰ ਪਏਗਾ, ਆਪਾਂ ਫਿਰ ਦੁਬਾਰਾ ਇਹਨਾਂ ਨਾਲ ਗੱਲਬਾਤ ਕਰਾਂਗੇ। ਪਰ ਸਾਨੂੰ ਇੱਥੇ ਥੋੜ੍ਹਾ ਸਮਝਣਾ ਪੈਣਾ ਹੈ, ਜਿਸ ਤਰੀਕੇ ਨਾਲ ਚੀਨ ਤੇ ਅਮਰੀਕਾ ਆਪਸ ਦੇ ਵਿੱਚ ਸ਼ਕਤੀਸ਼ਾਲੀ ਹੋਣ 'ਤੇ ਬਣਿਆ ਹੋਇਆ ਤੇ ਭਾਰਤ ਤੇ ਪਾਕਿਸਤਾਨ ਨੂੰ ਇਹ ਤਾਂ ਕਿਤੇ ਨਾ ਕਿਤੇ ਇਸਤੇਮਾਲ ਵੀ ਕੀਤਾ ਜਾ ਰਿਹਾ। ਜਿਵੇਂ ਇਹਨਾਂ ਨੇ ਕਿਹਾ ਕਿ ਦੋਸਤੀ ਨਾਲ ਦਾ ਕੋਈ ਸ਼ਬਦ ਨਹੀਂ ਹੁੰਦਾ, ਸਿਰਫ ਇੱਕ ਦੂਸਰੇ ਦੀ ਦੇਸ਼ਾਂ ਨੂੰ ਜ਼ਰੂਰਤ ਹੁੰਦੀ ਹੈ। ਉਸ ਤਰੀਕੇ ਨਾਲ ਅਮਰੀਕਾ ਨੂੰ ਜ਼ਰੂਰਤ ਹੈਗੀ ਆ ਭਾਰਤ ਦੀ, ਤਾਂ ਕਿ ਉਹ ਚੀਨ ਦੇ ਨਾਲ ਜੇ ਲੜਾਈ ਲੜਨਾ ਚਾਹੁੰਦਾ ਤਾਂ ਉਹ ਭਾਰਤ ਦੀ ਜਗ੍ਹਾ ਵੀ ਇਸਤੇਮਾਲ ਕਰ ਸਕਦਾ, ਉਵੇਂ ਪਾਕਿਸਤਾਨ ਦੀ ਜਗ੍ਹਾ ਵੀ ਜਿਹੜਾ ਚੀਨ ਹੈ ਉਹ ਇਸਤੇਮਾਲ ਕਰ ਸਕਦਾ। ਪਰ ਇਹਨਾਂ ਨੇ ਜਿਸ ਤਰ੍ਹਾਂ ਕਿ ਇੱਕ ਲੰਮਾ ਪ੍ਰੋਸੈਸ ਚੱਲੂਗਾ, ਇਹ ਹੁਣ ਬਾਰਡਰ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਿੱਕਤਾਂ ਵਧੀ ਜਾਣਗੀਆਂ, ਫਿਰ ਚੀਨ ਹੋ ਸਕਦਾ ਕਿ ਅੱਗੇ ਵਧੇ, ਉਸ ਤੋਂ ਬਾਅਦ ਦਬਾਅ ਦੇ ਕਾਰਨ ਪਿੱਛੇ ਵੀ ਹਟ ਜਾਵੇ, ਪਰ ਇਹ ਕਾਫੀ ਲੰਮਾ ਸਮਾਂ ਚੱਲਦਾ ਰਹੂਗਾ। ਅਤੇ ਆਪਾਂ ਇਹਨਾਂ ਕੋਲ ਫਿਰ ਜਾਣਾਂਗੇ ਅਗਲੇ ਐਪੀਸੋਡ ਦੇ ਵਿੱਚ ਜਾਂ ਅਗਲੇ ਪਾਰਟ ਦੇ ਵਿੱਚ ਕਿ ਚੀਨ ਤੇ ਪਾਕਿਸਤਾਨ ਜਾਂ ਭਾਰਤ ਦੀ ਜਦੋਂ ਇਸ ਤਰੀਕੇ ਨਾਲ ਟਕਰਾਅ ਦਾ ਮਾਹੌਲ ਪੈਦਾ ਹੋਏਗਾ ਤੇ ਪੰਜਾਬ ਦੀ ਰਾਜਨੀਤੀ ਉੱਤੇ ਕੀ ਅਸਰ ਪਏਗਾ।